विचार भगत कबीर साहब जी दे पावन सलोक आप जियां ने भाई साहब जी पासों सरवण कीते। ਅੰਮ੍ਰਿਤਮਈ ਬਾਣੀ ਦੀ ਵਿਚਾਰ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਭਗਤ ਕਬੀਰ ਸਾਹਿਬ ਜੀ ਆਪਣੇ ਪਾਵਨ ਸਲੋਕਾਂ ਰਾਹੀਂ ਪਵਿੱਤਰ ਬਾਣੀ ਦੁਆਰਾ ਜੋ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਭਗਤ ਕਬੀਰ ਜੀਓ ਕੇ। ਇਕ ਓੰਕਾਰ ਸਤ ਗੁਰ ਪ੍ਰਸਾਦ। ਕਬੀਰ ਰਾਮ ਨਾਮ ਜਾਣਿਓ ਨਹੀਂ। ਪਾਲਿਓ ਕਟਕ ਕੁਟੰਬ। ਧੰਦੇ ਹੀ ਮਹਿ ਮਰ ਗਇਓ। ਬਾਹਰ ਪਈ ਨਾ ਬੰਬ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਦੇ ਨਾਲ ਸਾਂਝ ਪਾਉਂਦੇ ਆ ਰਹੇ ਹੋ। ਅੱਜ ਦੇ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਸਲੋਕ ਜੋ ਆਪ ਜੀਆਂ ਨੇ ਸਰਵਣ ਕੀਤੇ ਹਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 1376 ਦੇ ਉੱਪਰ ਸੁਭਾਏਮਾਨ ਨੇ। ਕਬੀਰ ਜੀ ਸਾਨੂੰ ਮਨੁੱਖੀ ਜੀਵਾਂ ਨੂੰ, ਸੰਸਾਰ ਦੇ ਨਾਲ ਜੁੜੇ ਹੋਏ ਜੀਵਾਂ ਨੂੰ ਸਮਝਾਉਂਦੇ ਨੇ ਕਿ ਪਰਮੇਸ਼ਵਰ ਦੇ ਨਾਮ ਨੂੰ, ਰਾਮ ਦੇ ਨਾਮ ਨੂੰ ਇਸ ਜਨਮ ਵਿੱਚ, ਇਸ ਜੀਵਨ ਵਿੱਚ ਅਗਰ ਨਹੀਂ ਜਾਣਿਆ ਔਰ ਇਸ ਬਹਿਰੂਨੀ ਪਰਿਵਾਰ ਨੂੰ ਹੀ ਅਸੀਂ ਪਾਲਦੇ ਰਹਿ ਗਏ ਔਰ ਇਸ ਸੰਸਾਰਿਕ ਧੰਦਿਆਂ ਦੇ ਜੰਜਾਲ ਵਿੱਚ ਹੀ ਫਸ ਕੇ ਰਹਿ ਗਏ, ਤਾਂ ਇਹ ਸਾਡਾ ਜੀਵਨ ਜਿਹੜਾ ਹੈ ਇਹ ਬੇਅਰਥ ਚਲਾ ਜਾਏਗਾ। ਇਹ ਜੋ ਮਨੁੱਖਾ ਜਨਮ ਦੀ ਸਾਨੂੰ ਪ੍ਰਾਪਤੀ ਹੋਈ, ਇਸੇ ਵਾਸਤੇ ਹੋਈ ਕਿ ਅਸੀਂ ਰਾਮ ਦੇ ਨਾਮ ਨੂੰ ਜਾਣ ਸਕੀਏ, ਸਮਝ ਸਕੀਏ। ਰਾਮ ਦਾ ਅਰਥ ਜੋ ਰਮਿਆ ਹੋਇਆ ਪਰਮੇਸ਼ਵਰ ਹੈ। ਦੂਸਰੇ ਪਾਸੇ ਬਾਣੀ ਵਿੱਚ ਸਾਨੂੰ ਸਮਝਾਇਆ ਕਿ ਰਾਮ ਰਾਮ ਤਾਂ ਸਾਰਾ ਜਗਤ ਹੀ ਆਪਣੇ ਮੁਖ ਤੋਂ ਕਰ ਰਿਹਾ ਹੈ। ਰਾਮ ਰਾਮ ਦਾ ਉਚਾਰਨ ਤਾਂ ਸਾਰੀ ਦੁਨੀਆ ਕਰ ਰਹੀ ਹੈ, ਪਰ ਰਾਮ ਨੂੰ ਜਾਣਿਆ ਕਿਸੇ ਨੇ ਵੀ ਨਹੀਂ। ਇੱਥੇ ਧਿਆਨ ਰੱਖਣਾ, ਰਾਮ ਨਾਮ ਜਾਣਿਓ ਨਹੀਂ। ਜਾਣਿਓ ਦਾ ਅਰਥ ਹੈ ਵੀ ਉਹਨੂੰ ਅਸੀਂ ਹਜੇ ਤੱਕ ਜਾਣਿਆ ਹੀ ਨਹੀਂ। ਉਹਦਾ ਨਾਮ ਜ਼ਰੂਰ ਅਸੀਂ ਰੱਟ ਰਹੇ ਹਾਂ, ਨਾਮ ਜ਼ਰੂਰ ਉਹਦਾ ਜਪ ਰਹੇ ਹਾਂ, ਪਰ ਜਿਹਦਾ ਨਾਮ ਅਸੀਂ ਜਪ ਰਹੇ ਹਾਂ ਉਹਨੂੰ ਹਜੇ ਤੱਕ ਜਾਣਿਆ ਤੇ ਹੈ ਹੀ ਨਹੀਂ। ਇਹੀ ਕਾਰਨ ਸੀ ਕਿ ਸਾਨੂੰ ਗੁਰਬਾਣੀ ਦੇ ਰਾਹੀਂ ਸਮਝਾਇਆ ਕਿ ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਕਹਿਣ ਲੱਗੇ ਸਾਰਾ ਜਗ ਹੀ ਰਾਮ ਰਾਮ ਕਰਤਾ ਰਿਹਾ ਹੈ, ਪਰ ਉਹਨੂੰ ਪਾਇਆ ਨਹੀਂ ਜਾ ਰਿਹਾ। ਉਸ ਦੀ ਪ੍ਰਾਪਤੀ ਜਿਹੜੀ ਹੈ ਉਹ ਨਹੀਂ ਹੋ ਪਾ ਰਹੀ। ਕਿਉਂ? ਕਿਉਂਕਿ ਅਸੀਂ ਉਹਨੂੰ ਜਾਣਿਆ ਹੀ ਨਹੀਂ।
ਤੇ ਜਿੰਨਾ ਚਿਰ ਅਸੀਂ ਉਹਨੂੰ ਜਾਣਾਂਗੇ ਨਹੀਂ, ਸਮਝਾਂਗੇ ਨਹੀਂ, ਉਨਾ ਚਿਰ ਅਸੀਂ ਸਫਲ ਨਹੀਂ ਹੋ ਸਕਦੇ। ਔਰ ਦੂਸਰੇ ਪਾਸੇ ਕਬੀਰ ਸਾਹਿਬ ਜੀ ਉਹਨਾਂ ਦੀ ਗੱਲ ਕਰਦੇ ਨੇ, ਜੇ ਅਸੀਂ ਕੁਟੁੰਬ ਦੀ ਗੱਲ ਕਰੀਏ, ਪਰ ਜੇ ਪਰਿਵਾਰ ਸਾਨੂੰ ਦਿੱਤਾ ਹੈ ਉਸ ਮਾਲਕ ਨੇ, ਜੇ ਸਾਡਾ ਪਰਿਵਾਰਕ ਤੌਰ ਤੇ ਮਾਂ ਬਾਪ, ਭੈਣ ਭਰਾ, ਧੀਆਂ ਪੁੱਤਰ, ਇਹ ਜੋ ਸਾਨੂੰ ਸੰਜੋਗ ਪਰਮੇਸ਼ਵਰ ਨੇ ਦਿੱਤੇ ਨੇ ਬਣਾ ਕੇ ਪਰਿਵਾਰਕ ਤੌਰ ਤੇ ਕਿਤੇ ਨਾ ਕਿਤੇ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਹਨਾਂ ਦੀ ਸੰਭਾਲ, ਇਹਨਾਂ ਦੀ ਪਾਲਣਾ ਜਿਹੜੀ ਹੈ ਉਹ ਕਰਨੀ ਹੈ। ਹਾਲਾਂਕਿ ਸੰਭਾਲ ਪਾਲਣ ਵਾਲਾ ਇੱਕ ਪਰਮੇਸ਼ਵਰ ਹੈ, ਪਰ ਜੋ ਇੱਕ ਪਰਿਵਾਰਕ ਤੌਰ ਦੇ ਉੱਤੇ ਮਾਂ-ਬਾਪ ਦੀ ਬੱਚਿਆਂ ਪ੍ਰਤੀ ਜ਼ਿੰਮੇਵਾਰੀ ਔਰ ਬੱਚਿਆਂ ਦੀ ਮਾਂ-ਬਾਪ ਦੇ ਪ੍ਰਤੀ ਜ਼ਿੰਮੇਵਾਰੀ, ਉਹਨੂੰ ਵੀ ਅਸੀਂ ਭੁਲਾ ਨਹੀਂ ਸਕਦੇ। ਅਗਰ ਇਹਨੂੰ ਥੋੜ੍ਹਾ ਜਿਹਾ ਬਰੀਕੀ ਦੇ ਨਾਲ ਸਮਝਣ ਦਾ ਯਤਨ ਕਰੀਏ ਤਾਂ ਉਹਨਾਂ ਦੀ ਗੱਲ ਕਬੀਰ ਜੀ ਕਰਦੇ ਨੇ, ਜਿਹੜੇ ਰਾਮ ਦੇ ਨਾਮ ਤੇ ਆਪਣੇ ਆਪਣੇ ਡੇਰੇ, ਆਪਣੇ ਆਪਣੇ ਥਾਂ ਬਣਾ ਕੇ ਬੈਠੇ ਨੇ। ਕਹਿਣ ਲੱਗੇ ਰਾਮ ਦੀ ਗੱਲ ਤਾਂ ਕਰ ਰਹੇ ਨੇ ਪਰ ਰਾਮ ਨੂੰ ਜਾਣਦੇ ਹੈ ਨਹੀਂ। ਕੁਟੁੰਬ ਦਾ ਇੱਥੇ ਅਰਥ ਅਸੀਂ ਕਰਾਂਗੇ ਚੇਲੇ। ਆਪਣੇ ਚੇਲੇ ਬਹੁਤ ਬਣਾ ਲਏ, ਆਪਣੀ ਸਿੱਖੀ ਸੇਵਕੀ ਬਹੁਤ ਬਣਾ ਲਈ, ਇੰਨਾ ਵੱਡਾ ਕੁਟੁੰਬ ਆਪਣਾ ਇਕੱਠਾ ਕਰ ਲਿਆ, ਕੁਟੁੰਬ ਬਣਾ ਲਿਆ, ਤੇ ਰਾਮ ਦੇ ਨਾਮ ਨੂੰ ਜਾਣਿਆ ਹੀ ਨਹੀਂ, ਜਿਹਦੇ ਨਾਮ ਤੇ ਏਡਾ ਵੱਡਾ ਪਰਿਵਾਰ ਬਣਾ ਲਿਆ। ਕਬੀਰ ਜੀ ਉਹਨਾਂ ਧਰਮੀ ਲੋਕਾਂ ਵੱਲ ਵੇਖ ਕੇ ਇਹ ਗੱਲ ਸਮਝਾਉਣ ਦਾ ਯਤਨ ਕਰ ਰਹੇ ਨੇ। ਆਪਾਂ ਦੋਵੇਂ ਵਿਚਾਰਾਂ ਲੈ ਕੇ ਚੱਲਣੀਆਂ। ਇੱਕ ਤੇ ਉਹ ਜਿਨ੍ਹਾਂ ਨੇ ਰਾਮ ਦੇ ਨਾਮ ਤੇ ਆਪਣਾ ਥਾਂ, ਆਪਣਾ ਟਿਕਾਣਾ, ਆਪਣਾ ਡੇਰਾ ਤੇ ਬਣਾ ਲਿਆ, ਆਪਣੇ ਚੇਲੇ ਚਪਾਟੇ ਜਿਹੜੇ ਨੇ ਉਹ ਵੀ ਬਹੁਤ ਪਾਲ ਲਏ, ਪਰ ਰਾਮ ਦਾ ਨਾਮ ਨਾ ਆਪ ਜਾਣਿਆ ਤੇ ਨਾ ਆਪਣੇ ਕੁਟੁੰਬ ਨੂੰ ਦੱਸਿਆ। ਦੂਸਰਾ, ਜੇ ਆਪਣੇ ਤੇ ਆਪਾਂ ਲਾ ਕੇ ਗੱਲ ਕਰੀਏ ਤਾਂ ਕਬੀਰ ਜੀ ਕਹਿੰਦੇ ਸਾਰੀ ਉਮਰ ਬਸ ਪਰਿਵਾਰ ਨੂੰ ਹੀ ਪਾਲਦਿਆਂ ਹੋਇਆਂ, ਸੰਭਾਲਦਿਆਂ ਗੁਜ਼ਾਰ ਦੇਂਗਾ ਤੇ ਪਰਮੇਸ਼ਵਰ ਦੇ ਨਾਮ ਨੂੰ ਤੂੰ ਕਦੋਂ ਜਾਣੇਗਾ, ਕਦੋਂ ਤੂੰ ਇਹਨੂੰ ਸਮਝੇਗਾ। ਜਿੰਨਾ ਚਿਰ ਤੂੰ ਉਹਨੂੰ ਜਾਣੇਗਾ ਨਹੀਂ, ਸਮਝੇਗਾ ਨਹੀਂ, ਉਨਾ ਚਿਰ ਉਹਦੇ ਵਿੱਚ ਸਮਾ ਨਹੀਂ ਸਕਦਾ। ਸਾਡੇ ਲਈ ਰਾਮ ਨੂੰ ਜਾਣਨਾ ਬੜਾ ਜ਼ਰੂਰੀ ਹੈ ਜੇ ਅਸੀਂ ਉਹਦੇ ਵਿੱਚ ਸਮਾਉਣਾ ਚਾਹੁੰਦੇ ਹਾਂ, ਜੇ ਅਸੀਂ ਆਤਮਿਕ ਤਲ ਤੇ ਉਹਦੇ ਵਿੱਚ ਲੀਨ ਹੋਣਾ ਚਾਹੁੰਦੇ ਹਾਂ। ਤੋ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਰਾਮ ਨਾਮ ਜਾਣਿਓ ਨਹੀਂ, ਤੂੰ ਜਾਣਿਆ ਹੀ ਨਹੀਂ ਕਿ ਮੈਂ ਉਹਦੇ ਨਾਮ ਦਾ ਅਭਿਆਸ, ਉਹਦੇ ਨਾਮ ਦਾ ਸਿਮਰਨ ਕਿਵੇਂ ਕਰਨਾ ਹੈ। ਹੁਣ ਕਿਉਂ ਨਹੀਂ ਜਾਣਿਆ? ਕਿਉਂਕਿ ਹਜੇ ਤੂੰ ਮਾਇਆਵੀ ਧੰਦਿਆਂ ਵਿੱਚ ਫਸਿਆ ਹੋਇਆ ਹੈ, ਹਜੇ ਤੂੰ ਮਾਇਆਵੀ ਜੰਜਾਲ ਵਿੱਚ ਫਸਿਆ ਹੋਇਆ ਹੈ, ਜਿਹਦੇ ਕਰਕੇ ਸੰਸਾਰ ਦੀ ਸਮਝ ਤਾਂ ਆ ਰਹੀ ਹੈ ਪਰ ਨਿਰੰਕਾਰ ਦੀ ਸਮਝ ਨਹੀਂ ਆ ਰਹੀ। ਔਰ ਧਰਮ ਦੀ ਦੁਨੀਆ ਵਿੱਚ ਵੀ ਆਪਾਂ ਵੇਖ ਸਕਦੇ ਹਾਂ ਕਿੰਨਾ ਟਕਰਾਰ, ਵਿਚਾਰਾਂ ਦਾ ਟਕਰਾਰ ਹੈ। ਧਰਮ ਦੀ ਦੁਨੀਆ ਵਿੱਚ ਵੀ ਕਿੰਨੇ ਲੜਾਈ ਝਗੜੇ, ਵਾਦ ਵਿਵਾਦ। ਹੁਣ ਸੰਸਾਰਿਕ ਤਲ ਤੇ ਲੜਾਈ ਝਗੜਾ ਹੋਵੇ, ਵਾਦ ਵਿਵਾਦ ਹੋਵੇ, ਆਪਸ ਦੇ ਵਿੱਚ ਵਿਚਾਰਾਂ ਦਾ ਟਕਰਾਰ ਹੋਵੇ, ਚਲੋ ਮੰਨਿਆ ਜਾਂਦਾ ਵੀ ਇਹ ਸੰਸਾਰੀ ਤਲ ਤੇ ਨੇ। ਸਮਾਜਿਕ ਤਲ ਤੇ ਵੀ ਆਪਸ ਦੇ ਵਿੱਚ ਲੜਾਈ ਝਗੜਾ, ਵਾਦ ਵਿਵਾਦ, ਰਾਜਨੀਤਿਕ ਤਲ ਤੇ ਵੀ ਇਹ ਸਭ ਕੁਝ ਚੱਲ ਸਕਦਾ ਹੈ। ਸਮਾਜਿਕ ਤਲ ਤੇ ਵੀ ਔਰ ਵਪਾਰਕ ਤਲ ਤੇ ਵੀ, ਰਾਜਨੀਤਿਕ ਤਲ ਤੇ ਵੀ ਲੜਾਈ ਝਗੜੇ, ਵਾਦ ਵਿਵਾਦ ਚੱਲ ਸਕਦੇ ਨੇ, ਪਰ ਧਰਮ ਦੀ ਦੁਨੀਆ ਵਿੱਚ ਵੀ ਇਹ ਹੈ। ਅਸੀਂ ਧਰਮੀ ਲੋਕ ਹੋ ਕੇ ਧਰਮ ਦੀ ਦੁਨੀਆ ਵਿੱਚ ਵੀ ਇੱਕ ਦੂਜੇ ਨਾਲ ਲੜ ਰਹੇ ਹਾਂ, ਇੱਕ ਦੂਸਰੇ ਦੇ ਨਾਲ ਸਾਡੀਆਂ ਵਿਚਾਰਾਂ ਦਾ ਟਕਰਾਰ ਹੋ ਰਿਹਾ, ਵਾਦ ਵਿਵਾਦ ਹੋ ਰਹੇ ਨੇ। ਉਹਦਾ ਕਾਰਨ ਕੀ ਹੈ ਕਿ ਧਰਮੀ ਬਣ ਕੇ ਹੀ ਧਰਮ ਦੀ ਦੁਨੀਆ ਵਿੱਚ ਅਸੀਂ ਰੱਬ ਦੇ ਨਾਮ ਤੇ ਲੜ ਰਹੇ ਹਾਂ, ਉਹਦੇ ਨਾਮ ਦੀ ਵਿਚਾਰ ਵਿੱਚ ਵਾਦ ਵਿਵਾਦ ਝਗੜੇ ਕਰ ਰਹੇ ਹਾਂ। ਤੇ ਕਹਿਣਾ ਪਏਗਾ ਵੀ ਅਸੀਂ ਉਹ ਧਰਮੀ ਤਾਂ ਬਣ ਗਏ
ਪਰ ਹਜੇ ਤੱਕ ਧਰਮ ਕਮਾਉਣਾ ਨਹੀਂ ਆਇਆ। ਅਸੀਂ ਧਰਮੀ ਤਾਂ ਉਹਦੇ ਨਾਮ ਦੇ ਬਣ ਗਏ, ਪਰ ਹਜੇ ਤੱਕ ਉਹਨੂੰ ਜਾਣਿਆ ਤੇ ਹੈ ਹੀ ਨਹੀਂ। ਤੇ ਜੇ ਅਸੀਂ ਉਹਨੂੰ ਹਜੇ ਤੱਕ ਜਾਣਿਆ ਹੀ ਨਹੀਂ, ਸਮਝਿਆ ਹੀ ਨਹੀਂ, ਉਨਾ ਚਿਰ ਇਹ ਵਾਦ ਵਿਵਾਦ, ਇਹ ਝਗੜੇ ਚੱਲਦੇ ਹੀ ਰਹਿਣਗੇ। ਜਦੋਂ ਅਸੀਂ ਉਹਨੂੰ ਜਾਣ ਲਾਂਗੇ, ਸਮਝ ਲਾਂਗੇ, ਸਾਡੀ ਜ਼ਿੰਦਗੀ ਦੇ ਸਾਰੇ ਝਗੜੇ ਮੁੱਕ ਜਾਣਗੇ। ਹੁਣ ਧਰਮੀ ਲੋਕ ਸੰਸਾਰ ਦੇ ਵਿੱਚ ਬਹੁਤ ਨੇ। ਆਪਣਾ ਆਪਣਾ ਧਰਮ ਅਸੀਂ ਅਪਣਾ ਕੇ, ਮਰਿਆਦਾ ਆਪਣੀ ਬਣਾ ਕੇ ਅਸੀਂ ਚੱਲ ਰਹੇ ਹਾਂ, ਪਰ ਨਾਲ ਦੀ ਨਾਲ ਅਸੀਂ ਝਗੜ ਵੀ ਰਹੇ ਹਾਂ, ਲੜ ਵੀ ਰਹੇ ਹਾਂ, ਵਾਦ ਵਿਵਾਦ ਵੀ ਖੜੇ ਹੋ ਰਹੇ ਨੇ। ਇੱਕੋ ਹੀ ਗੱਲ ਹੈ ਕਿ ਹਜੇ ਮਾਇਆਵੀ ਧੰਦਿਆਂ ਚੋਂ ਨਿਕਲ ਨਹੀਂ ਸਕੇ। ਮਾਇਆਵੀ ਧੰਦਿਆਂ ਚੋਂ ਨਿਕਲਾਂਗੇ ਤਾਂ ਉਹਨੂੰ ਜਾਣਿਆ ਜਾ ਸਕਦਾ ਹੈ। ਸੰਸਾਰ ਦੇ ਮੋਹ ਵਿੱਚੋਂ ਨਿਕਲਾਂਗੇ ਤਾਂ ਹੀ ਨਿਰੰਕਾਰ ਨੂੰ ਜਾਣਾਂਗੇ। ਨਿਰੰਕਾਰ ਨੂੰ ਜਾਣਨ ਵਾਸਤੇ ਸਾਨੂੰ ਇਸ ਆਲ ਜੰਜਾਲ ਵਿੱਚੋਂ ਨਿਕਲਣਾ ਪੈਣਾ ਹੈ। ਜਿੰਨਾ ਚਿਰ ਇਹ ਆਲ ਜੰਜਾਲ ਸਾਡੇ ਜੀਵਨ ਵਿੱਚ ਬਣਿਆ, ਉਨਾ ਚਿਰ ਰਾਮ ਨੂੰ ਜਾਣਨਾ ਬੜਾ ਔਖਾ ਹੈ। ਹੁਣ ਗੁਰਬਾਣੀ ਤੇ ਸਾਡੇ ਕੋਲ ਹੈ, ਗੁਰਬਾਣੀ ਦੀ ਕਥਾ, ਵਿਚਾਰ, ਕੀਰਤਨ ਸਾਡੇ ਕੋਲ ਹੈ, ਪਰ ਹਜੇ ਵੀ ਅਸੀਂ ਗੁਰਬਾਣੀ ਨੂੰ ਸਮਝ ਨਹੀਂ ਪਾ ਰਹੇ। ਗੁਰਬਾਣੀ ਨੂੰ ਅਸੀਂ ਹਜੇ ਵੀ ਜਾਣ ਨਹੀਂ ਪਾ ਰਹੇ ਹਾਂ ਕਿ ਇਹ ਕਿਸ ਅਵਸਥਾ ਦੇ ਵਿੱਚ ਇਹ ਬਾਣੀ ਦਾ ਉਚਾਰਨ ਕਰਕੇ ਸਾਡੇ ਭਲੇ ਵਾਸਤੇ ਸਾਨੂੰ ਇਹ ਖਜ਼ਾਨਾ ਦਿੱਤਾ ਗਿਆ। ਜੇ ਹਰ ਕੋਈ ਆਪਣੇ ਆਪਣੇ ਤਲ ਉਤੇ ਇਹਨੂੰ ਜਾਣ ਲਵੇ, ਸਮਝ ਲਵੇ, ਤਾਂ ਵੀ ਸੰਸਾਰ ਵਿੱਚ ਅਮਨ ਸ਼ਾਂਤੀ ਹੋ ਸਕਦੀ ਹੈ। ਤਾਂ ਵੀ ਧਰਮ ਦੇ ਨਾਮ ਉਤੇ ਇਹ ਝਗੜੇ ਜਿਹੜੇ ਨੇ ਇਹ ਮੁੱਕ ਸਕਦੇ ਨੇ। ਪਰ ਸਾਡੇ ਕੋਲ ਖਜ਼ਾਨਾ ਤੇ ਹੈ, ਪਰ ਉਹਦੀ ਕੀਮਤ ਦਾ ਨਹੀਂ ਪਤਾ। ਸਾਡੇ ਕੋਲ ਖਜ਼ਾਨਾ ਤੇ ਹੈ, ਪਰ ਸਾਨੂੰ ਉਹਦੀ ਕਦਰ ਨਹੀਂ ਹੈ, ਉਹਦੀ ਸਮਝ ਨਹੀਂ ਹੈ। ਨਾ ਸਮਝ ਹੋਣ ਕਰਕੇ ਹੀ ਕਦਰ ਵੀ ਨਹੀਂ ਹੁੰਦੀ। ਜਿੱਥੇ ਸਮਝ ਹੋਏਗੀ ਉੱਥੇ ਕਦਰ ਵੀ ਹੋਏਗੀ। ਮਾਂ ਬਾਪ ਘਰ ਦੇ ਵਿੱਚ ਨੇ, ਜੇ ਸਮਝ ਨਹੀਂ ਤਾਂ ਉਹਨਾਂ ਦੀ ਕਦਰ ਵੀ ਨਹੀਂ। ਜੇ ਸਮਝ ਹੋਏਗੀ ਕਿ ਮੇਰੀ ਜ਼ਿੰਦਗੀ ਵਿੱਚ ਇੱਕ ਮਾਂ ਦਾ ਕੀ ਰੋਲ ਹੈ, ਮੇਰੀ ਜ਼ਿੰਦਗੀ ਵਿੱਚ ਇੱਕ ਪਿਤਾ ਦਾ ਕੀ ਰੋਲ ਹੈ, ਤਾਂ ਉਹਨਾਂ ਦੀ ਕਦਰ ਵੀ ਜਿਹੜੀ ਹੈ ਉਹ ਹੋਏਗੀ। ਉਹ ਫਿਰ ਦੁਨੀਆ ਨੂੰ, ਸਮਾਜ ਨੂੰ ਦਿਖਾਉਣ ਵਾਸਤੇ ਨਹੀਂ ਹੋਏਗੀ, ਉਹਨਾਂ ਦੀ ਕਦਰ ਫਿਰ ਦਿਲ ਦੀ ਗਹਿਰਾਈਆਂ ਵਿੱਚੋਂ ਹੋਏਗੀ। ਅਸੀਂ ਇੱਕ ਦਿਨ ਤਾਂ ਰੱਖ ਦਿੱਤਾ ਮਾਤਾ ਜੀ ਦੇ ਨਾਮ ਤੇ, ਪਿਤਾ ਦੇ ਨਾਮ ਤੇ, ਕਿ ਸਾਡਾ ਬੜਾ ਪਿਆਰ ਹੈ, ਪਰ ਮਾਫ ਕਰਨਾ ਠੀਕ ਹੈ, ਤੁਸੀਂ ਆਪਣੀ ਆਪਣੀ ਜਗ੍ਹਾ ਸਾਰੇ ਹੀ ਠੀਕ ਹੋ ਸਕਦੇ ਹੋ, ਪਰ ਕੀ 365 ਦਿਨਾਂ ਵਿੱਚ ਸਾਡਾ ਇੱਕ ਦਿਨ ਹੀ ਮਾਂ ਨੂੰ ਜਿਹੜਾ ਜ਼ਾਹਰ ਕਰਨਾ ਹੁੰਦਾ ਹੈ ਕਿ ਮੈਂ ਤੁਹਾਡੇ ਨਾਲ ਬਹੁਤ ਪਿਆਰ ਕਰਦਾ? ਕਿ ਸਾਡਾ ਸਿਰਫ ਇੱਕ ਦਿਨ ਹੀ ਹੈ ਉਸ ਪਿਆਰ ਨੂੰ ਜ਼ਾਹਰ ਕਰਨ ਦਾ ਕਿ ਬੱਚਾ ਆਪਣੀ ਮਾਤਾ ਨਾਲ ਬਹੁਤ ਪਿਆਰ ਕਰਦਾ ਹੈ? ਸਾਡਾ ਤਾਂ ਹਰ ਸਮੇਂ, ਹਰ ਪਲ, ਹਰ ਦਿਨ, ਹਰ ਘੜੀ ਸਾਡੇ ਦਿਲ ਦੀ ਗਹਿਰਾਈਆਂ ਵਿੱਚੋਂ ਮਾਂ ਦੇ ਪ੍ਰਤੀ, ਪਿਤਾ, ਮਾਂ ਬਾਪ ਦੇ ਪ੍ਰਤੀ ਪਿਆਰ ਹੋਣਾ ਚਾਹੀਦਾ ਹੈ। ਸਿਰਫ ਲੋਕ ਵਿਖਾਵਾ ਨਹੀਂ ਕਿ ਦੁਨੀਆ ਨੂੰ ਆਪਾਂ ਦਿਖਾਇਆ ਤੇ ਦੁਨੀਆ ਨੇ ਵਾਹ-ਵਾਹ ਕਰ ਦਿੱਤੀ, ਦੁਨੀਆ ਨੇ ਮਹਾਨ ਕਹਿ ਦਿੱਤਾ। ਅਸੀਂ ਕੁਝ ਦਿਨ ਐਸੇ ਬਣਾ ਲਏ ਨੇ ਕਿ ਜਿਹਦੇ ਵਿੱਚ ਸਾਲ ਵਿੱਚ ਸਿਰਫ ਇੱਕ ਦਿਨ ਹੀ ਦੱਸਣਾ ਹੁੰਦਾ ਹੈ। ਭੈਣ ਭਰਾ ਦਾ ਪਿਆਰ ਸਿਰਫ ਇੱਕ ਦਿਨ ਹੀ ਦੱਸਿਆ ਜਾਂਦਾ ਵੀ ਹੈ, ਤੇ ਬਾਕੀ 364 ਦਿਨ ਪਤਾ ਹੀ ਕੋਈ ਨਹੀਂ। ਭਰਾ ਕਿਤੇ, ਭੈਣ ਕਿਤੇ, ਮਾਂ ਕਿਤੇ, ਬੱਚੇ ਕਿਤੇ, ਕੋਈ ਪਤਾ ਨਹੀਂ, ਕੋਈ ਖਬਰ ਨਹੀਂ ਹੈ। ਸਿਰਫ ਇੱਕ ਦਿਨ ਜਗਤ ਵਿੱਚ ਜ਼ਾਹਰ ਕਰਨਾ ਹੈ ਕਿ ਸਾਡਾ ਮਾਂ ਬਾਪ ਦੇ ਪ੍ਰਤੀ ਬੜਾ ਪਿਆਰ। ਪਰ ਹਰ ਦਿਨ, ਹਰ ਪਲ ਸਾਡੀ ਦਿਲ ਦੀ ਉਹਨੂੰ ਦੱਸਣ ਦੀ ਲੋੜ। ਮਾਂ ਨਹੀਂ ਦੱਸਦੀ ਕਿ ਮੇਰਾ ਬੱਚੇ ਨਾਲ ਕਿੰਨਾ ਪਿਆਰ ਹੈ। ਮਾਂ ਨੂੰ ਦੱਸਣ ਦੀ ਲੋੜ ਹੀ ਨਹੀਂ, ਕਿਉਂਕਿ ਮਾਂ ਦੀ ਮਮਤਾ ਦੱਸਦੀ ਹੈ ਕਿ ਬੱਚੇ ਨਾਲ ਕਿੰਨਾ ਪਿਆਰ ਹੈ। ਗੁਰੂ ਸਾਹਿਬ ਨੂੰ ਦੱਸਣ ਦੀ ਲੋੜ ਨਹੀਂ ਮੇਰੇ ਸਿੱਖਾਂ ਨਾਲ ਕਿੰਨਾ ਪਿਆਰ ਹੈ, ਪਰ ਸਿੱਖ ਦੱਸਦਾ ਕਿ ਮੇਰਾ ਕਿੰਨਾ ਗੁਰੂ ਨਾਲ ਪਿਆਰ ਹੈ। ਇਸ ਲਈ ਕਹਿੰਦੇ ਰਾਮ ਰਾਮ ਤਾਂ ਸਾਰਾ ਜਗਤ ਹੀ ਕਰਦਾ ਪਿਆ, ਪਰ ਜਾਣਦਾ ਉਹਨੂੰ ਕੋਈ ਵੀ ਨਹੀਂ। ਤੇ ਜਿੰਨਾ ਚਿਰ ਜਾਣੋਗੇ ਨਹੀਂ, ਉਨਾ ਚਿਰ ਤੁਸੀਂ ਉਹਦੀ ਕਦਰ ਨਹੀਂ ਕਰ ਸਕਦੇ।
ਉਹਨੂੰ ਸਮਝ ਨਹੀਂ, ਜੇ ਸਮਝੋਗੇ ਨਹੀਂ ਤੇ ਸਮਾ ਨਹੀਂ ਸਕਦੇ। ਗੁਰਬਾਣੀ ਨੂੰ ਪੜ੍ਹ ਕੇ ਸੁਣ ਕੇ ਇਹਨੂੰ ਸਮਝਣਾ ਹੈ। ਜਿੱਦਣ ਗੁਰਬਾਣੀ ਪੜ੍ਹ ਸੁਣ ਕੇ ਸਮਝ ਲਾਂਗੇ, ਅਸੀਂ ਗੁਰਬਾਣੀ ਵਿੱਚ ਸਮਾ ਜਾਾਂਗੇ, ਗੁਰਬਾਣੀ ਸਾਡੇ ਵਿੱਚ ਸਮਾ ਜਾਏਗੀ। ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਦਾ ਬਚਨ ਆਉਂਦਾ ਹੈ ਗੁਰਬਾਣੀ ਵਿੱਚ। ਸਾਹਿਬ ਜੀ ਕਹਿੰਦੇ, ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ। ਇਹ ਸੰਸਾਰ ਇੱਕ ਮਾਇਆ ਦਾ ਰੂਪ ਹੈ, ਮੋਹਣੀ ਜਿਹੜਾ ਹਰ ਇੱਕ ਦੇ ਮਨ ਨੂੰ ਮੋਹ ਰਹੀ ਹੈ। ਹਰ ਇੱਕ ਦੇ ਮਨ ਨੂੰ ਇਹ ਮੋਹ ਰਹੀ ਹੈ ਤੇ ਹਰ ਕੋਈ ਮੋਹਿਆ ਵੀ ਜਾ ਰਿਹਾ, ਛੋਟੇ ਜਿਹੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ। ਇਹਦਾ ਪ੍ਰਭਾਵ ਛੋਟੇ ਜਿਹੇ ਬੱਚੇ ਤੇ ਵੀ ਪੈਂਦਾ ਹੈ, ਜਵਾਨ ਤੇ ਵੀ ਪੈਂਦਾ ਹੈ ਤੇ ਬਜ਼ੁਰਗ ਤੇ ਵੀ ਪੈਂਦਾ ਹੈ। ਕਹਿੰਦੇ ਇਹ ਐਸੀ ਹੈ ਕਿ ਇਹਦੇ ਦੰਦ ਨਹੀਂ, ਇਹ ਤਾਂ ਬਿਨਾਂ ਦੰਦਾਂ ਤੋਂ ਹੀ ਨਿਗਲ ਰਹੀ ਹੈ ਸੰਸਾਰ ਨੂੰ। ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ। ਮਨਮੁਖ ਖਾਦੇ ਗੁਰਮੁਖ ਉਬਰੇ ਜਿਨੇ ਸੱਚ ਨਾਮ ਚਿੱਤ ਲਾਇਆ। ਹੁਣ ਚਿੱਤ ਤਾਂ ਹੀ ਨਾਮ ਨਾਲ ਲੱਗੇਗਾ ਜੇ ਅਸੀਂ ਉਹਨੂੰ ਜਾਣਾਂਗੇ। ਗੱਲ ਤੇ ਜਾਣਨ ਤੇ ਖੜੀ ਹੈ ਨਾ, ਵੀ ਅਸੀਂ ਗੁਰਬਾਣੀ ਨੂੰ ਕਿੰਨਾ ਕੁ ਜਾਣ ਸਮਝ ਲਿਆ। ਕਹਿੰਦੇ ਮਨਮੁਖ ਖਾਦੇ ਗਏ, ਇਸ ਮਾਇਆ ਮੋਹਣੀ ਨੇ ਮਨਮੁਖਾਂ ਨੂੰ ਖਾ ਲਿਆ, ਨਿਗਲ ਲਿਆ, ਉਹਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਆਪਣੀ ਪਕੜ ਵਿੱਚ ਲੈ ਲਿਆ ਉਹਨਾਂ ਨੂੰ। ਪਰ ਗੁਰਮੁਖ ਉਬਰੇ, ਗੁਰੂ ਦੇ ਸਨਮੁਖ ਹੋਣ ਵਾਲੇ ਬਚ ਗਏ, ਕਿਉਂਕਿ ਗੁਰੂ ਨੇ ਆਪਣੇ ਸਿੱਖਾਂ ਨੂੰ ਨਾਮ ਸਮਝਾ ਦਿੱਤਾ ਕਿ ਸੱਚਾ ਨਾਮ ਕੀ ਹੁੰਦਾ ਹੈ, ਸੱਚੀ ਬਾਣੀ ਕੀ ਹੁੰਦੀ ਹੈ, ਰਾਮ ਦਾ ਨਾਮ ਕੀ ਹੁੰਦਾ ਹੈ। ਗੁਰੂ ਨੇ ਆਪਣੇ ਸਿੱਖਾਂ ਨੂੰ ਸਮਝਾਇਆ, ਇਸ ਲਈ ਗੁਰਮੁਖ ਉਬਰ ਗਏ। ਉਬਰੇ ਦਾ ਅਰਥ ਹੈ ਬਚ ਗਏ। ਉਹਨਾਂ ਨੂੰ ਇਹ ਮਾਇਆ ਜਿਹੜੀ ਸੀ, ਉਹਨਾਂ ਨੂੰ ਧੰਦਿਆਂ ਦੇ ਵਿੱਚ, ਜੰਜਾਲ ਵਿੱਚ ਨਹੀਂ ਫਸਾ ਸਕੀ, ਕਿਉਂਕਿ ਉਹਨਾਂ ਨੇ ਜਾਣ ਲਿਆ, ਉਹਨਾਂ ਨੇ ਸਮਝ ਲਿਆ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਕਿ ਦੇਖੋ ਸੰਸਾਰ ਦੀ ਹਾਲਤ ਕੀ ਹੈ। ਮਨਮੁਖ ਖਾਦੇ ਗੁਰਮੁਖ ਉਬਰੇ ਜਿਨੀ ਸੱਚ ਨਾਮ ਚਿੱਤ ਲਾਇਆ। ਬਿਨ ਨਾਮੈ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ। ਧੰਦਾ ਕਰਤਿਆਂ ਜਨਮ ਗਵਾਇਆ ਸੁਖ ਦਾਤਾ ਮਨ ਨਾ ਵਸਾਇਆ। ਸਭ ਕਹਿੰਦੇ ਬਿਨ ਨਾਮੈ, ਨਾਮ ਤੋਂ ਬਿਨਾ ਇਹ ਜਗਤ ਕਮਲਾ ਹੀ ਹੋਇਆ ਫਿਰਦਾ ਹੈ। ਫਿਰ ਬੇਨਤੀ ਕਰਾਂ, ਅਸੀਂ ਤੇ ਧਰਮ ਦੀ ਦੁਨੀਆ 'ਚ ਧਰਮੀ ਬਣ ਕੇ ਵੀ ਕਮਲੇ ਹੋਏ ਪਏ ਹਾਂ। ਧਰਮੀ ਬਣ ਕੇ ਇਹ ਕਮਲਾਪਾਨੀ ਹੈ ਨਾ ਸਾਡੇ ਅੰਦਰ। ਧਰਮ ਦੇ ਨਾਮ ਤੇ ਲੜਨਾ, ਧਰਮ ਦੇ ਨਾਮ ਤੇ ਵਾਦ ਵਿਵਾਦ ਝਗੜ ਰਹੇ ਹਾਂ ਅਸੀਂ। ਜਿੱਥੇ ਮਨ ਦਾ ਸਕੂਨ ਚਾਹੀਦਾ ਸੀ ਉੱਥੇ ਝਗੜੇ ਹੋ ਰਹੇ ਨੇ। ਇਹਦਾ ਮਤਲਬ ਅਸੀਂ ਹਜੇ ਸਿਆਣੇ ਹੋਏ ਨਹੀਂ, ਹਜੇ ਤੇ ਕਮਲੇ ਹੀ ਤੁਰੇ ਫਿਰਦੇ ਹਾਂ। ਉਹਦਾ ਕਾਰਨ ਕੀ ਸੀ ਕਿ ਨਾਮ ਸਾਡੇ ਪੱਲੇ ਨਹੀਂ ਪਿਆ, ਨਾਮ ਸਮਝ ਵਿੱਚ ਨਹੀਂ ਆਇਆ। ਨਾਮ ਤੇ ਹੈ ਪਰ ਸਾਡੇ ਪੱਲੇ ਨਹੀਂ ਪੈ ਰਿਹਾ। ਬੱਚੇ ਦੇ ਕੋਲ ਪੜ੍ਹਨ ਵਾਸਤੇ ਸਕੂਲ ਵਿੱਚ ਕਿਤਾਬ ਤੇ ਹੈ, ਪਰ ਉਹਦੀ ਸਮਝ ਹੀ ਨਹੀਂ ਆ ਰਹੀ, ਉਹਨੂੰ ਪਕੜ ਹੀ ਨਹੀਂ ਆ ਰਹੀ, ਅੱਖਰਾਂ ਦੀ ਸਮਝ ਹੀ ਨਹੀਂ ਆ ਰਹੀ। ਉਹ ਕਿਵੇਂ ਉਹਨੂੰ ਪੜ੍ਹੇਗਾ, ਕਿਉਂਕਿ ਸਮਝ ਨਹੀਂ ਆ ਰਹੀ। ਸਾਡੇ ਕੋਲ ਗੁਰਬਾਣੀ ਤਾਂ ਹੈ ਪਰ ਸਾਨੂੰ ਸਮਝ ਨਹੀਂ ਆ ਰਹੀ। ਨਾ ਸਮਝ ਆਉਣ ਕਰਕੇ ਮਹਾਰਾਜ ਕਹਿੰਦੇ ਬਿਨ ਨਾਮੈ ਜਗ ਕਮਲਾ ਫਿਰੈ। ਜੇ ਆਪਾਂ ਕਹੀਏ ਨਾਮ ਤੇ ਦੁਨੀਆ 'ਚ ਬਹੁਤ ਹੈ, ਹਰ ਥਾਂ ਉੱਤੇ ਨਾਮ ਜਿਹੜਾ ਉਹ ਜਪਿਆ ਜਾ ਰਿਹਾ, ਧਿਆਇਆ ਜਾ ਰਿਹਾ, ਸਿਮਰਿਆ ਜਾ ਰਿਹਾ। ਹਰ ਮੁਲਕ ਵਿੱਚ ਨਾਮ ਹੈ, ਪਰ ਨਾਮ ਦੀ ਸਮਝ ਨਾ ਹੋਣ ਕਰਕੇ ਇਹ ਜਗਤ ਕਮਲਾ ਹੋਇਆ ਫਿਰਦਾ ਹੈ ਤੇ ਧੰਦਿਆਂ ਵਿੱਚ ਫਸਿਆ ਹੋਇਆ। ਜਨਮ ਤਾਂ ਗਵਾਰਿਆ ਪਰ ਸੁਖ ਦਾਤਾ ਮਨ ਨਾ ਵਸਾਇਆ। ਸੁੱਖਾਂ ਦੇ ਦਾਤੇ ਨੂੰ ਮਨ ਵਿੱਚ ਨਹੀਂ ਵਸਾ ਰਿਹਾ। ਜੇ ਸਾਨੂੰ ਗੁਰਬਾਣੀ ਦੀ ਸਮਝ ਆ ਜਾਏ, ਨਾਮ ਦੀ ਸਮਝ ਆ ਜਾਏ, ਫਿਰ ਆਪਾਂ ਮੜੀਆਂ ਤੇ ਮਸਾਣਾ ਤੇ ਕੀ ਲੈਣ ਜਾਣਾ। ਜੇ ਅਸੀਂ ਗੁਰਬਾਣੀ ਵੀ ਪੜ੍ਹ ਰਹੇ ਹਾਂ, ਗੁਰਬਾਣੀ ਨੂੰ ਸਮਝ ਨਹੀਂ ਰਹੇ ਹਾਂ, ਪੜ੍ਹ ਰਹੇ ਹਾਂ, ਤੇ ਫਿਰ ਅਸੀਂ ਮੜੀਆਂ ਤੇ ਮਸਾਣਾ ਤੇ ਵੀ ਜਾ ਰਹੇ ਹਾਂ। ਇਹਦਾ ਮਤਲਬ ਹਜੇ ਸਾਨੂੰ ਸਮਝ ਨਹੀਂ ਆਈ। ਹਜੇ ਵੀ ਅਸੀਂ ਦਿਨਾਂ ਦੇ ਭਰਮਾਂ ਵਿੱਚ ਹੀ ਫਸੇ ਹੋਏ ਹਾਂ, ਰੁੱਤਾਂ ਦੇ
ਥਿੱਤਾਂ ਦੇ ਇਹਨਾਂ ਵਾਰਾਂ ਦੇ ਭਰਮ ਵਿੱਚ ਹੀ ਫਸੇ ਆ। ਇਹਦਾ ਮਤਲਬ ਗੁਰਬਾਣੀ ਹੈ ਤੇ ਸਹੀ ਸਾਡੇ ਕੋਲ, ਪਰ ਸਾਨੂੰ ਸਮਝ ਨਹੀਂ ਆ ਉਹਦੀ। ਇਹੀ ਗੱਲ ਕਬੀਰ ਜੀ ਸਮਝਾਉਣ ਦਾ ਯਤਨ ਕਰ ਰਹੇ ਨੇ। ਕਹਿੰਦੇ ਕਬੀਰ RAM ਨਾਮ ਜਾਣਿਓ ਨਹੀਂ। RAM ਦਾ ਨਾਮ ਤੇ ਹੈ, ਪਰ ਉਹਨੂੰ ਤੂੰ ਜਾਣਿਆ ਨਹੀਂ, ਉਹਨੂੰ ਤੂੰ ਸਮਝਿਆ ਨਹੀਂ ਹੈ। ਹੁਣ ਨਾ ਜਾਣਨ ਕਰਕੇ ਪਾਲਿਓ ਕਟਕ ਕੁਟੰਬ, ਤੂੰ ਬਾ ਕੁਟੰਬ ਹੀ ਆਪਣਾ ਪਾਲਦਾ ਰਹਿ ਗਿਆ। ਫਿਰ ਬੇਨਤੀ ਕਰਾਂ, ਦੋ ਵਿਚਾਰਾਂ ਲੈ ਕੇ ਚੱਲਿਓ, ਇੱਕ ਧਰਮੀ ਬੰਦੇ ਵਾਸਤੇ, ਇੱਕ ਆਪਣੇ ਸੰਸਾਰੀ ਲੋਕਾਂ ਵਾਸਤੇ, ਕਿਉਂਕਿ ਦੋ ਪਰਿਵਾਰ ਦੀ ਗੱਲ ਹੋ ਰਹੀ ਹੈ। ਇੱਕ ਉਹ ਜਿਹਨੇ RAM ਦੇ ਨਾਮ ਤੇ ਆਪਣਾ ਡੇਰਾ ਬਣਾ ਲਿਆ ਤੇ ਆਪਣਾ ਚੇਲਿਆਂ ਦੇ ਰੂਪ ਵਿੱਚ ਕੁਟੰਬ ਪਾਲ ਲਿਆ। ਉਹ ਆਪਣੇ ਕੁਟੰਬ ਨੂੰ ਤਾਂ ਪਾਲਦਾ ਪਿਆ, ਚੇਲੇ ਤਾਂ ਵਧਾਉਂਦਾ ਪਿਆ ਨਿਤ, ਪਰ RAM ਦੇ ਨਾਮ ਨੂੰ ਨਾ ਜਾਣ ਰਿਹਾ ਨਾ ਸਮਝਾ ਰਿਹਾ ਹੈ। ਦੂਸਰਾ, ਸਾਡੀ ਗੱਲ ਜੇ ਆਪਾਂ ਮਨੁੱਖ ਦੀ ਗੱਲ ਕਰੀਏ, ਮਨੁੱਖ ਦੇ ਤਲ ਤੇ ਹਰ ਇੱਕ ਮਨੁੱਖ ਨੂੰ ਕਹਿ ਰਹੇ ਨੇ ਕਿ ਤੇਰੀ ਜ਼ਿੰਦਗੀ ਦਾ ਸਮਾਂ ਲੰਘਦਾ ਜਾ ਰਿਹਾ, ਤੈਨੂੰ ਇਹ ਤਾਂ ਸਮਝ ਆ ਗਈ ਕਿ ਸੰਸਾਰ ਵਿੱਚ ਪਰਿਵਾਰ ਨੂੰ ਕਿਵੇਂ ਪਾਲਣਾ, ਕਿਵੇਂ ਸੰਭਾਲਣਾ। ਆਪਣੀ ਤਾਂ ਤੈਨੂੰ ਹੋਸ਼ ਆ ਗਈ ਵੀ ਕਿਵੇਂ ਆਪਣੇ ਤਨ ਨੂੰ ਢੱਕਣਾ, ਕਿਵੇਂ ਆਪਣਾ ਪੇਟ ਭਰਨਾ, ਕਿਵੇਂ ਰੋਟੀ ਕੱਪੜਾ ਮਕਾਨ ਜੋੜਨਾ, ਇਹ ਤਾਂ ਸਮਝ ਆ ਗਈ, ਪਰ RAM ਦੇ ਨਾਮ ਦੀ ਸਮਝ ਨਹੀਂ ਆਈ। ਪਾਲਿਓ ਕਟਕ ਕੁਟੰਬ, ਬਹੁਤ ਵੱਡਾ ਕੁਟੰਬ, ਬਹੁਤ ਵੱਡਾ ਪਰਿਵਾਰ ਜਿਹੜਾ ਸੀ ਉਹ ਤੂੰ ਪਾਲ ਲਿਆ। ਜਾਂ ਇੱਥੇ ਇੱਕ ਹੋਰ ਬੇਨਤੀ ਕਰਾਂ, ਵਿੱਚੋਂ ਬਹੁਤ ਜਿਹੜੀਆਂ ਨੇ ਵਿਚਾਰਾਂ ਜਨਮ ਲੈਂਦੀਆਂ ਨੇ। ਜਦੋਂ ਸਾਡੇ ਜੀਵਨ ਵਿੱਚ ਕੋਈ ਖੁਸ਼ੀ ਦਾ ਸਮਾਗਮ ਹੁੰਦਾ ਹੈ ਨਾ, ਤੇ ਸਾਨੂੰ ਉਹ ਤੇ ਪਤਾ ਲੱਗ ਗਿਆ ਵੀ ਖੁਸ਼ੀ ਦਾ ਸਮਾਗਮ ਹੈ। ਮੰਨ ਲਓ ਵੀ ਅੰਦਰ ਘਰ ਦੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼, ਬਾਣੀ ਦਾ ਪਾਠ ਚੱਲ ਰਿਹਾ ਜਾਂ ਕੀਰਤਨ ਚੱਲ ਰਿਹਾ। ਹੁਣ ਬਾਹਰ ਪਰਿਵਾਰ, ਰਿਸ਼ਤੇਦਾਰ, ਸਾਕ ਸੰਬੰਧੀ ਇਕੱਠੇ ਹੋ ਰਹੇ ਨੇ। ਸਾਨੂੰ ਇਹ ਤਾਂ ਪਤਾ ਲੱਗ ਗਿਆ ਵੀ ਉਹਨਾਂ ਨੂੰ ਕਿਵੇਂ ਜੀ ਆਇਆਂ ਨੂੰ ਕਹਿਣਾ, ਉਹਨਾਂ ਨੂੰ ਚਾਹ ਪਾਣੀ ਕਿਵੇਂ ਪਿਆਉਣਾ, ਉਹਨਾਂ ਨੂੰ ਕਿਵੇਂ ਆਦਰ ਮਾਣ ਇੱਜ਼ਤ ਪਿਆਰ ਸਤਿਕਾਰ ਦੇਣਾ, ਉਹਨਾਂ ਦੇ ਬੈਠਣ ਦਾ ਪ੍ਰਬੰਧ ਕਿਵੇਂ ਕਰਨਾ। ਪਰ ਸਾਨੂੰ ਗੁਰਬਾਣੀ ਦੇ ਕੋਲ ਬੈਠ ਕੇ ਗੁਰਬਾਣੀ ਸੁਣਨ ਦਾ ਜਿਹੜਾ ਸੀ ਉਹ ਨਹੀਂ ਪਤਾ ਲੱਗਾ। ਗੁਰਬਾਣੀ ਚੱਲ ਰਹੀ ਹੈ, ਗੁਰਬਾਣੀ ਦਾ ਪਾਠ ਚੱਲ ਰਿਹਾ ਹੈ, ਪਰ ਅਸੀਂ ਆਪਣੇ ਬਾਹਰ ਦੇ ਪਰਿਵਾਰ ਨੂੰ ਹੀ ਸੰਭਾਲਣ ਵਿੱਚ ਲੱਗੇ ਹੋਏ ਆ। ਇੰਨੇ ਨੂੰ ਗੁਰਬਾਣੀ ਦੇ ਪ੍ਰਵਾਹ ਜਿਹੜੇ ਨੇ ਉਹ ਸੰਪੂਰਨ ਹੋ ਜਾਂਦੇ, ਪਰ ਅਸੀਂ 2 ਦਿਨ ਲਾ ਲਓ, 3 ਦਿਨ ਲਾ ਲਓ ਜਾਂ 1 ਦਿਨ ਲਾ ਲਓ, ਸਾਡਾ ਧਿਆਨ ਬਾਹਰ ਦੇ ਪਰਿਵਾਰ ਨੂੰ ਸੰਭਾਲਣ ਵਿੱਚ ਹੀ ਲੰਘ ਜਾਂਦਾ ਹੈ। ਇਹਦਾ ਮਤਲਬ ਸਾਨੂੰ ਬਾਹਰ ਦੇ ਜਿੰਨੇ ਆਏ ਹੋਏ ਨੇ ਉਹਨਾਂ ਦੀ ਸਮਝ ਤੇ ਹੈ, ਪਰ ਜਿਹੜੀ ਘਰ ਦੇ ਅੰਦਰ ਬਾਣੀ ਚੱਲ ਰਹੀ ਹੈ ਉਹਦੀ ਹਜੇ ਸਮਝ ਨਹੀਂ ਹੈ। ਜੇ ਗੁਰਬਾਣੀ ਦੀ ਸਮਝ ਹੁੰਦੀ ਤਾਂ ਆਪ ਵੀ ਜੁੜ ਜਾਂਦੇ, ਹੋਰਾਂ ਨੂੰ ਵੀ ਜੋੜ ਦਿੰਦੇ। ਪਰ ਜੇ ਕੋਈ ਮੇਰੇ ਵਰਗਾ ਚੱਲ ਕੇ ਆਇਆ ਵੀ ਚਲੋ ਅੱਜ ਫਲਾਣੇ ਦੇ ਘਰ ਦੇ ਵਿੱਚ ਬਾਣੀ ਦਾ ਜਾਪ ਚੱਲਦਾ ਹੈ ਤੇ 5 ਮਿੰਟ ਬੈਠ ਕੇ 10 ਮਿੰਟ ਬੈਠ ਕੇ ਪਾਠ ਸੁਣੀਏ, ਕੀਰਤਨ ਸੁਣੀਏ, ਪਰ ਮੇਰੇ ਵਰਗਾ ਦਰਵਾਜ਼ੇ ਤੇ ਖਲੋਤਾ ਸੀ, ਉਹ ਕਹਿਣ ਲੱਗਾ ਕੋਈ ਨਹੀਂ, ਰੁਕ ਕੇ ਚਲੇ ਜਾਇਓ, ਪਹਿਲਾਂ ਚਾਹ ਪੀ ਲਓ, ਰੁਕ ਕੇ ਚਲੇ ਜਾਇਓ, ਪਹਿਲਾਂ ਇਹ ਛਕ ਲਓ ਜੋ ਬਣਾਇਆ ਹੈ। ਉਹ ਛਕਣ ਛਕਾਉਣ ਦੇ ਵਿੱਚ ਅੰਦਰ ਅਰਦਾਸ ਵੀ ਹੋ ਜਾਂਦੀ ਹੈ। ਉਸ ਛਕਣ ਛਕਾਉਣ ਦੇ ਵਿੱਚ ਤਾਂ ਅੰਦਰ ਸਮਾਪਤੀ ਜਿਹੜੀ ਹੈ ਉਹ ਵੀ ਹੋ ਜਾਂਦੀ ਹੈ। ਹੁਣ ਤੁਸੀਂ ਦੇਖੋ ਵੀ ਸਮਝ ਕਿਹਦੀ ਆਈ, ਜਿਹੜਾ ਆਇਆ ਸੀ ਉਹਦੀ ਸਮਝ ਆਈ ਜਾਂ ਜਿਹੜੇ ਅੰਦਰ ਬਾਣੀ ਦਾ ਪ੍ਰਵਾਹ ਚੱਲਦਾ ਸੀ ਉਹਦੀ ਸਮਝ ਆਈ। ਇਹ ਫੈਸਲਾ ਤੁਹਾਡਾ ਹੈ ਕਿ ਅਸੀਂ ਕਿਹਨੂੰ ਅਹਿਮੀਅਤ ਜ਼ਿਆਦਾ ਦਿੱਤੀ। ਠੀਕ ਹੈ, ਅਸੀਂ ਇਹ ਨਹੀਂ, ਇਹ ਵੀ ਧਿਆਨ ਰੱਖਿਓ, ਇਹ ਨਹੀਂ ਕਿਹਾ ਜਾ ਰਿਹਾ ਵੀ ਕਿਸੇ ਨੂੰ ਇੱਜ਼ਤ ਮਾਣ ਸਤਿਕਾਰ ਨਹੀਂ ਦੇਣਾ। ਹਰ ਇੱਕ ਨੂੰ ਅਸੀਂ ਪਿਆਰ ਇੱਜ਼ਤ ਮਾਣ ਸਤਿਕਾਰ ਦੇਣਾ, ਪਰ ਜਿਹਦਾ ਆਸਰਾ ਲਿਆ ਹੋਇਆ ਉਹਨੂੰ ਵੀ ਤਾਂ ਆਪਾਂ ਸਮਝੀਏ ਕਿ ਜਿਹਦਾ ਆਸਰਾ ਲਿਆ ਉਹਦੀ ਮੇਰੀ ਜ਼ਿੰਦਗੀ ਵਿੱਚ ਕਿੱਡੀ ਵੱਡੀ ਅਹਿਮੀਅਤ ਹੈ। ਮੇਰੇ ਜੀਵਨ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਮੇਰੇ ਅੰਦਰ ਕਿੰਨਾ ਕੁ ਪਿਆਰ ਤੇ ਸਤਿਕਾਰ ਹੈ। ਇਹੀ ਕਾਰਨ ਹੈ ਕਿ ਕਬੀਰ ਜੀ ਕਹਿੰਦੇ RAM ਦਾ ਨਾਮ ਤੇ ਹੈ ਪਰ ਜਾਣਿਆ ਨਹੀਂ। ਨਾ ਜਾਣਨ ਕਰਕੇ ਪਾਲਿਓ ਕਟਕ ਕੁਟੁੰਬ, ਬਸ ਕੁਟੁੰਬ ਹੀ ਪਾਲਦਾ ਰਹਿ ਗਿਆ, ਪਰਿਵਾਰ ਜਿਹੜਾ ਇਹੀ ਪਾਲਦਾ ਰਹਿ ਗਿਆ।
ਤੇ ਹੋਇਆ ਕੀ? ਧੰਦੇ ਹੀ ਮਹਿ ਮਰ ਗਇਓ। ਇਹਨਾਂ ਧੰਦਿਆਂ ਦੇ ਵਿੱਚ ਫਸੀਆਂ, ਧੰਦਾ ਕਰਤਿਆਂ ਜਨਮ ਗਵਾਇਆ। ਗੁਰੂ ਅਮਰਦਾਸ ਮਹਾਰਾਜ ਜੀ ਕਹਿ ਰਹੇ ਨੇ, ਕਹਿੰਦੇ ਇਹ ਧੰਦਿਆਂ ਵਿੱਚ ਫਸੀਆਂ ਹੋਇਆਂ ਹੀ ਮਰ ਗਇਓ। ਬਾਹਰ ਭਈ ਨਾ ਬੰਬ। ਬੰਬ ਦਾ ਅਰਥ ਹੁੰਦਾ ਧੁਨ, ਆਵਾਜ਼। ਕਹਿੰਦੇ ਨੇ ਇੰਨਾ ਜੰਜਾਲ ਵਿੱਚ, ਧੰਦਿਆਂ ਵਿੱਚ ਫਸਿਆ ਪਿਆ ਸੀ, ਅੰਦਰੋਂ ਤਾਂ ਕੀ ਤੂੰ ਰਾਮ ਦੇ ਨਾਮ ਨੂੰ ਜਾਣਨਾ ਸੀ? ਤੇਰੇ ਤਾਂ ਮੁਖ ਤੋਂ ਵੀ ਵਾਹਿਗੁਰੂ ਨਾ ਨਿਕਲਿਆ, ਤੇਰੇ ਮੁਖ ਤੋਂ ਵੀ ਪਰਮੇਸ਼ਵਰ ਦਾ ਨਾਮ ਜਿਹੜਾ ਸੀ ਉਹ ਤੇਰੇ ਮੁਖ ਤੋਂ ਵੀ ਨਾ ਨਿਕਲਿਆ। ਬਸ ਸਾਰੀ ਉਮਰ ਇਹ ਕੁਟੰਬ ਪਾਲਦਿਆਂ ਤੇ ਕੁਟੰਬ ਦਾ ਹੀ ਨਾਮ, ਪਰਿਵਾਰ ਦਾ ਹੀ ਨਾਮ ਤੇਰੇ ਮੁਖ ਤੋਂ ਨਿਕਲਦਾ ਰਿਹਾ। ਸਾਰੀ ਉਮਰ ਇਹਨਾਂ ਦੁਨਿਆਵੀ ਨਾਮਾਂ ਨਾਲ ਹੀ ਜੁੜਿਆ ਰਿਹਾ। ਕਹਿੰਦੇ ਅੰਦਰੋਂ ਤਾਂ ਆਤਮਿਕ ਮੌਤ ਤਾਂ ਹੋਈ ਹੋਈ, ਪਰ ਬਾਹਰੋਂ ਮੁਖ ਤੋਂ ਵੀ ਇਹਦੇ ਨਾਮ ਦਾ ਉਚਾਰਨ ਨਾ ਹੋਇਆ। ਪਰਮੇਸ਼ਵਰ ਦੇ ਨਾਮ ਦੀ ਬੰਦਗੀ, ਉਹਦੇ ਨਾਮ ਦਾ ਸਿਮਰਨ ਨਾ ਹੋਇਆ। ਸਾਰੀ ਜ਼ਿੰਦਗੀ ਬਸ ਬੇਅਰਥ ਹੀ ਗਵਾ ਦਿੱਤੀ। ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਬਿਨ ਸਿਮਰਨ ਦਿਨ ਰੈਣ ਬਿਰਥਾ ਬਿਹਾਏ। ਬਿਨ ਸਿਮਰਨ, ਉਹਦੇ ਨਾਮ ਦਾ ਸਿਮਰਨ ਕਰਨ ਤੋਂ ਬਿਨਾ, ਉਹਦੇ ਨਾਮ ਦੀ ਭਜਨ ਬੰਦਗੀ ਕਰਨ ਤੋਂ ਬਿਨਾ ਤੂੰ ਦਿਨ ਰਾਤ ਆਪਣਾ ਬੇਅਰਥ ਹੀ ਗਵਾ ਦਿੱਤਾ। ਕਿਸ ਤਰ੍ਹਾਂ ਉਦਾਹਰਨ ਦੇ ਕੇ ਵੀ ਸਮਝਾਇਆ। ਕਿਸੇ ਨੂੰ ਆਖਿਆ ਤੂੰ ਬਾਣੀ ਨਹੀਂ ਪੜ੍ਹਦਾ, ਨਾਮ ਦਾ ਅਭਿਆਸ ਨਹੀਂ ਕਰਦਾ, ਸੰਗਤ ਸੇਵਾ ਸਿਮਰਨ ਵਿੱਚ ਨਹੀਂ ਜੁੜਦਾ, ਤੇਰਾ ਜਨਮ ਬੇਅਰਥ ਜਾ ਰਿਹਾ। ਉਹ ਕਹਿੰਦੇ ਇਵੇਂ ਕਿਵੇਂ ਜਾ ਰਿਹਾ? ਵਧੀਆ ਖਾਣਾ, ਵਧੀਆ ਸੌਣਾ, ਵਧੀਆ ਜ਼ਿੰਦਗੀ ਜਿਉਣਾ, 4 ਦਮੜੇ ਮੇਰੇ ਜੇਬ ਵਿੱਚ, 4 ਬੰਦੇ ਮੇਰੇ ਅੱਗੇ ਪਿੱਛੇ ਨੇ, ਮੈਂ ਆਪਣੀ ਜ਼ਿੰਦਗੀ ਗਵਾ ਥੋੜੀ ਰਿਹਾ। ਮੈਂ ਤੇ ਆਪਣੇ ਜੀਵਨ ਨੂੰ ਬੜਾ ਸੋਹਣਾ ਬਣਾ ਲਿਆ। ਪਰ ਗੁਰੂ ਸਾਹਿਬ ਕਹਿੰਦੇ ਨਹੀਂ, ਤੂੰ ਤੇਰੇ ਕੋਲ ਸਭ ਕੁਝ ਹੈ, ਤੇਰੇ ਕੋਲ ਸਭ ਕੁਝ, ਧਨ ਪਦਾਰਥ, ਵਧੀਆ ਖਾਣਾ ਪੀਣਾ ਸੋਣਾ, ਸਭ ਕੁਝ ਤੇਰੇ ਕੋਲ ਹੈ। ਪਰ ਇੱਕ ਗੱਲ ਧਿਆਨ ਰੱਖੀ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ, ਮਰਨਾ। ਪਰ ਤੈਨੂੰ ਨਾਲ ਇਹ ਵੀ ਤਾਂ ਵਿਸਰ, ਜਿਹੜਾ ਮਰਨਾ ਉਹ ਵੀ ਵਿਸਰ ਗਿਆ। ਉਹਦੇ ਵਿਸਰਨ ਨਾਲ ਤੈਨੂੰ ਰੱਬ ਵੀ ਵਿਸਰ ਗਿਆ, ਤੈਨੂੰ ਪਰਮੇਸ਼ਵਰ ਦਾ ਨਾਮ ਵੀ ਵਿਸਰ ਗਿਆ। ਨਾਮ ਤੋਂ ਬਿਨਾ ਤੇਰੀ ਖੁਵਾਰੀ ਤੇਰੇ ਪੱਲੇ ਜਿਹੜੀ ਪੈ ਗਈ ਹੈ, ਧ੍ਰਿਗ ਜੀਵਨ ਨਹੀਂ ਰਹਿਣਾ। ਆ ਜੀਵਨ ਤੇਰਾ ਧ੍ਰਿਗ ਹੋ ਗਿਆ, ਰਹਿਣਾ ਇਹਨੇ ਵੀ ਕੋਈ ਨਹੀਂ। ਖਸਮ ਵਿਸਾਰ ਖੁਵਾਰੀ ਕੀਨੀ, ਧ੍ਰਿਗ ਜੀਵਨ ਨਹੀਂ ਰਹਿਣਾ। ਤੂੰ ਖਸਮ ਨੂੰ ਤੇ ਵਿਸਾਰ ਦਿੱਤਾ। ਖਸਮ ਨੂੰ ਵਿਸਾਰ ਕੇ ਤੂੰ ਵਧੀਆ ਮਹਿਲ ਬਣਾ ਲਏ ਤਾਂ ਕਿਸ ਕੰਮ ਦੇ? ਤੂੰ ਆਪਣੇ ਖਸਮ ਨੂੰ, ਆਪਣੇ ਮਾਲਕ ਨੂੰ ਵਿਸਾਰ ਕੇ ਤੂੰ ਵਧੀਆ ਖਾ ਰਿਆਂ, ਸੋ ਰਿਆਂ, ਜ਼ਿੰਦਗੀ ਹੰਢਾ ਰਿਆਂ, ਕਿਸ ਕੰਮ ਦੀ? ਪਰ ਹੈ ਤੇ ਨਿਖਸਮਾਂ ਹੀ ਹੈ। ਤੇਰੇ ਉਸ ਮਾਲਕ ਨਾਲੋਂ ਤਾਂ ਤੇਰੀ ਸਾਂਝ ਟੁੱਟ ਗਈ। ਜੇ ਮਾਲਕ ਨਾਲੋਂ ਸਾਂਝ ਟੁੱਟ ਗਈ, ਫਿਰ ਤੂੰ ਇਹ ਜ਼ਿੰਦਗੀ ਤੇਰੀ ਕਿਸ ਕੰਮ ਦੀ? ਤੂੰ ਜਿੰਨਾ ਮਰਜੀ ਹੱਸ, ਜਿੰਨੀ ਮਰਜੀ ਜ਼ਿੰਦਗੀ ਸੋਹਣੀ ਆਪਣੀ ਹੰਢਾ ਵਰਤਾ, ਪਰ ਉਹਦੇ ਨਾਮ ਤੋਂ ਬਿਨਾ ਤੇਰਾ ਜੀਵਨ ਧ੍ਰਿਗ ਹੈ, ਧ੍ਰਿਕਾਰ ਹੈ, ਫਿਟਕਾਰ ਹੈ ਤੇਰੇ ਜੀਵਨ ਦੇ ਅੰਦਰ। ਇਸ ਲਈ ਕਹਿ ਰਹੇ ਨੇ, ਕਹਿਣ ਲੱਗੇ ਨਾਮ ਤੋਂ ਬਿਨਾ ਤੇਰਾ ਜੀਵਨ ਬਿਰਥਾ ਜਾ ਰਿਹਾ ਹੈ। ਮੇਘ ਬਿਨਾ ਜਿਉਂ ਖੇਤੀ ਜਾਏ। ਤੁਸੀਂ ਸੁਖਮਨੀ ਸਾਹਿਬ ਜੀ ਦੀ ਬਾਣੀ ਤਕਰੀਬਨ ਹਰ ਪ੍ਰਾਣੀ ਪੜ੍ਹਦਾ ਹੈ। ਉਹਦੇ ਵਿੱਚ ਬਕਾਇਦਾ ਉਦਾਹਰਨਾਂ ਦੇ ਕੇ ਸਮਝਾਇਆ ਕਿ ਚਲੋ ਸੌਖੀ ਸਮਝ ਨਾ ਆਵੇ ਗੱਲ ਤਾਂ ਉਦਾਹਰਨ ਦੇ ਕੇ, ਐਗਜ਼ਾਮਪਲ ਦੇ ਕੇ ਸੌਖੀ ਗੱਲ ਸਮਝ ਆ ਜਾਂਦੀ ਹੈ। ਬਿਨ ਸਿਮਰਨ ਦਿਨ ਰੈਣ ਬਿਰਥਾ ਬਿਹਾਏ, ਮੇਘ ਬਿਨਾ ਜਿਉਂ ਖੇਤੀ ਜਾਏ। ਕਹਿਣ ਲੱਗੇ ਜਿਵੇਂ ਮੇਘ ਪਾਣੀ ਤੋਂ ਬਿਨਾ ਫਸਲ ਸੁੱਕ ਜਾਂਦੀ ਹੈ, ਕੁਮਲਾ ਜਾਂਦੀ ਹੈ, ਬੇਅਰਥ ਹੋ ਜਾਂਦੀ ਹੈ, ਕਿਸੇ ਕੰਮ ਨਹੀਂ ਆਉਂਦੀ, ਇਸੇ ਤਰ੍ਹਾਂ ਤੇਰਾ ਨਾਂ, ਤੇਰਾ ਜੀਵਨ ਜਿੰਨਾ ਮਰਜੀ ਸੋਹਣਾ ਹੋਵੇ, ਪਰ ਨਾਮ ਤੋਂ ਬਿਨਾ ਤੂੰ ਕੁਮਲਾ ਜਾਏਗਾ। ਨਾਮ ਤੋਂ ਬਿਨਾ ਤੇਰੀ ਜ਼ਿੰਦਗੀ ਵਿੱਚ ਹਰਿਆਵਲੀ ਨਹੀਂ ਆਏਗੀ। ਤੇ ਜਿਹੜੇ ਧਨ ਪਦਾਰਥਾਂ ਵਿੱਚੋਂ ਅਸੀਂ ਹਰਿਆਵਲੀ ਚਾਹੁੰਦੇ ਹਾਂ, ਉਹ ਸਾਨੂੰ ਹਰਿਆਵਲੀ ਉਹ ਨਹੀਂ ਮਿਲਣੀ ਜਿਹੜੀ ਨਾਮ ਵਿੱਚੋਂ ਮਿਲਣੀ ਹੈ। ਇਸ ਲਈ ਕਬੀਰ ਸਾਹਿਬ ਜੀ ਨੇ ਇਸ ਸ਼ਲੋਕ ਵਿੱਚ ਕਿਰਪਾ ਕੀਤੀ, 2 ਤਰ੍ਹਾਂ ਸਮਝਾਇਆ। ਇੱਕ ਉਹ ਜਿਹੜਾ ਰਾਮ ਦੇ ਨਾਮ ਤੇ ਅਡੰਬਰ ਰਚ ਕੇ ਆਪਣੇ ਸੇਵਕ, ਆਪਣੇ ਚੇਲੇ ਬਣਾ ਕੇ ਬੈਠਾ, ਪਰ ਨਾ ਆਪ ਜਾਣਿਆ ਨਾ ਦੂਜਿਆਂ ਨੂੰ ਜਾਣਿਆ, ਬਸ ਆਪਣੇ ਪਰ ਚੇਲਿਆਂ ਨੂੰ ਹੀ ਪਾਲਦਾ ਰਹਿ ਗਿਆ।
ਉਹ ਧੰਦਿਆਂ ਵਿੱਚ ਹੀ ਫਸਿਆ ਰਹਿ ਗਿਆ, ਧਰਮ ਨੂੰ ਕਦੇ ਕਮਾ ਹੀ ਨਹੀਂ ਸਕਿਆ। ਅਸੀਂ ਕੀ ਕਰਨਾ ਸੀ? ਅਸੀਂ ਧਰਮ ਦੀ ਦੁਨੀਆ ਦੇ ਵਿੱਚ ਰਹਿ ਕੇ ਇਮਾਨਦਾਰੀ ਵਾਲਾ ਧੰਦਾ ਕਰਦੇ ਹਾਂ, ਜੀਵਨ ਨੂੰ ਕਮਾਉਣਾ। ਅਸੀਂ ਤੇ ਧਰਮ ਨੂੰ ਵੀ ਧੰਦਾ ਬਣਾ ਕੇ ਕਮਾ ਰਹੇ ਹਾਂ। ਇੱਥੇ ਆ ਕੇ ਅਸੀਂ ਮਾਰ ਖਾ ਗਏ। ਇਸ ਲਈ ਕਹਿ ਰਹੇ ਨੇ ਕਬੀਰ ਸਾਹਿਬ ਜੀ, ਕਹਿੰਦੇ ਧੰਦੇ ਹੀ ਮਹਿ ਮਰ ਗਇਓ। ਤੂੰ ਬਸ ਇਹਨਾਂ ਧੰਦਿਆਂ ਵਿੱਚ ਹੀ ਫਸਿਆ ਰਿਹਾ, ਧਰਮ ਨੂੰ ਕਦੇ ਕਮਾਇਆ ਹੀ ਨਹੀਂ। ਧਰਮੀ ਹੋਣ ਦਾ ਤੂੰ ਪ੍ਰਗਟਾਵਾ ਤਾਂ ਦੁਨੀਆ ਵਿੱਚ ਕੀਤਾ ਵੀ ਮੈਂ ਬਹੁਤ ਵੱਡਾ ਧਰਮੀ ਹਾਂ, ਬਹੁਤ ਵੱਡਾ ਹਾਂ, ਪਰ ਜਿੰਨਾ ਬਾਹਰੋਂ ਤੂੰ ਪ੍ਰਗਟਾਵਾ ਕੀਤਾ ਉਨਾ ਹੀ ਅੰਦਰੋਂ ਧੰਦਿਆਂ 'ਚ ਫਸਿਆ ਹੋਇਆ। ਕਹਿੰਦੇ ਅੰਦਰੋਂ ਫਿਰ ਕੀ ਹੋਇਆ? ਅੰਦਰੋਂ ਧੰਦਿਆਂ ਵਿੱਚ ਫਸੀਆਂ ਆਤਮਕ ਮੌਤ ਵੀ ਹੋ ਗਈ, ਤੇ ਬਾਹਰ ਭਈ ਨਾ ਬੰਬ, ਬਾਹਰੋਂ ਤੇਰੇ ਇੱਕ ਵਾਰੀ ਵੀ ਵਾਹਿਗੁਰੂ ਦੀ ਆਵਾਜ਼ ਨਾ ਆਈ, ਤੇਰੇ ਮੁਖ ਤੋਂ ਇੱਕ ਵਾਰੀ ਵੀ ਰਾਮ ਦਾ ਨਾਮ ਜਿਹੜਾ ਉਹ ਨਿਕਲਿਆ ਹੀ ਨਹੀਂ। ਕਿਉਂ ਨਹੀਂ ਨਿਕਲਿਆ? ਕਿਉਂਕਿ ਤੂੰ ਉਹਨੂੰ ਜਾਣਿਆ ਹੀ ਨਹੀਂ। ਜਿਹਨੂੰ ਅਸੀਂ ਸਮਝ ਲੈਂਦੇ ਹਾਂ, ਜਾਣ ਲੈਂਦੇ ਹਾਂ, ਉਹਨੂੰ ਦਿਹਾੜੀ ਵਿੱਚ ਕਿੰਨੀ ਵਾਰ ਉਹਦਾ ਨਾਮ ਲੈਂਦੇ ਹਾਂ। ਕਈ ਵਾਰ ਤਾਂ ਸੁੱਤੇ ਪਿਆਂ ਵੀ ਉਹਦਾ ਨਾਮ ਲੈਂਦੇ ਹਾਂ, ਜਿਹਨੂੰ ਅਸੀਂ ਚੰਗੀ ਤਰ੍ਹਾਂ ਜਾਣ ਲਈਏ, ਸਮਝ ਲਈਏ। ਤੇ ਜੇ ਅਸੀਂ ਪਰਮੇਸ਼ਵਰ ਦੇ ਨਾਮ ਨੂੰ ਜਾਣ ਲਾਂਗੇ, ਸਮਝ ਲਾਂਗੇ, ਤੇ ਸੱਚ ਜਾਣਨਾ, ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਫਿਰ ਉਹਨੂੰ ਹੀ ਅਸੀਂ ਚੇਤੇ ਕਰਾਂਗੇ। ਤੋ ਕਬੀਰ ਸਾਹਿਬ ਜੀ ਇਸ ਸ਼ਲੋਕ ਦੇ ਰਾਹੀਂ ਸਮਝਾਉਣ ਦਾ ਯਤਨ ਕਰਦੇ ਹਨ। ਕਬੀਰ ਆਖੀ ਕੇਰੇ ਮਟ ਕੇ, ਪਲ ਪਲ ਗਈ ਬਿਹਾਏ। ਕਬੀਰ ਸਾਹਿਬ ਜੀ ਕਹਿੰਦੇ ਤੂੰ ਇਸ ਸੰਸਾਰਿਕ ਧੰਦਿਆਂ ਤੋਂ ਥੋੜਾ ਜਿਹਾ ਉੱਪਰ ਉੱਠ। ਇਹ ਨਹੀਂ ਕਹਿੰਦੇ ਕਿ ਤੂੰ ਆਪਣੀ ਕਿਰਤ ਕਮਾਈ ਨਾ ਕਰ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ 3 ਜਿਹੜੇ ਸ਼ਬਦ ਸਾਨੂੰ ਦਿੱਤੇ ਗਏ ਨੇ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਕਿਰਤ ਆਪਣੀ ਜਗ੍ਹਾ ਕਰ, ਨਾਮ ਆਪਣੀ ਜਗ੍ਹਾ ਜਪ, ਤੇ ਵੰਡ ਕੇ ਛਕ ਆਪਣੀ ਜਗ੍ਹਾ। ਕਹਿਣ ਲੱਗੇ ਤਿੰਨਾਂ ਨੂੰ ਇਮਾਨਦਾਰੀ ਨਾਲ ਆਪਣੇ ਜੀਵਨ ਵਿੱਚ ਅਪਣਾ ਲੈ। ਕਹਿਣ ਲੱਗੇ ਆ ਤੇਰੇ ਕਿਰਤ ਵੀ ਚੰਗੀ ਹੋ ਜਾਏਗੀ, ਧਰਮ ਦੀ ਦੁਨੀਆ ਵਿੱਚ ਵੀ ਤੇਰਾ ਜੀਵਨ ਚੰਗਾ ਹੋ ਜਾਏਗਾ, ਜਦੋਂ ਦੋਵਾਂ ਨੂੰ ਤੂੰ ਤੀਸਰੇ ਰੂਪ ਵਿੱਚ ਵੰਡ ਕੇ ਛਕਣ ਲੱਗ ਜਾਏਗਾ। ਇਸ ਲਈ ਕਹਿ ਰਹੇ ਨੇ ਕਿ ਜੇ ਤੂੰ ਉਹਦੇ ਨਾਮ ਨੂੰ ਜਾਣਿਆ ਨਹੀਂ ਤੇ ਕੇਵਲ ਧੰਦਿਆਂ ਵਿੱਚ ਹੀ ਫਸਿਆ ਰਹਿ ਗਿਆ। ਕਬੀਰ ਆਖੀ ਕੇਰੇ ਮਾਟੁਕੇ। ਮਾਟੁਕੇ ਦਾ ਅਰਥ ਹੁੰਦਾ ਝਮਕਣਾ, ਅੱਖਾਂ ਦਾ ਝਮਕਣਾ। ਹੁਣ ਅੱਖਾਂ ਦਾ ਝਮਕਣਾ ਜਿਹੜਾ ਨਾਰਮਲ, ਅਸੀਂ ਆਪਣੇ ਆਪ ਨਹੀਂ, ਜਿਹੜੀ ਅੱਖਾਂ ਜਿਹੜੀਆਂ ਨੇ ਕੁਦਰਤੀ ਤੌਰ ਤੇ ਝਮਕ ਰਹੀਆਂ ਨੇ, ਉਹ ਕਿੰਨਾ ਕੁ ਟਾਈਮ ਲੱਗਦਾ ਹੈ? ਪਲ ਭਰ ਦੇ ਵਿੱਚ, ਛਿਨ ਭਰ ਦੇ ਵਿੱਚ ਕਹਿ ਸਕਦੇ ਹਾਂ। ਅੱਖ ਝਮਕਣ ਜਿੰਨੇ ਸਮੇਂ ਦੇ ਵਿੱਚ, ਕਹਿੰਦੇ ਤੇਰੇ ਅੱਖ ਚਮਕਦਿਆਂ ਹੀ ਤੇਰੀ ਪਲ ਪਲ ਕਰਕੇ ਜ਼ਿੰਦਗੀ ਬਤੀਤ ਹੋ ਰਹੀ ਹੈ। ਤੇ ਅੱਖ ਝਮਕਦਿਆਂ ਕਿੰਨੇ ਸਾਲ ਜ਼ਿੰਦਗੀ ਦੇ ਲੰਘ ਗਏ, ਕਿੰਨੇ ਸਵਾਸ ਜ਼ਿੰਦਗੀ ਦੇ ਬਤੀਤ ਹੋ ਗਏ, ਕਿੰਨੀ ਉਮਰ ਜਿਹੜੀ ਹੈ ਸਾਡੀ ਲੰਘ ਗਈ। ਇਹ ਅੱਖ ਝਮਕਦਿਆਂ ਹੀ ਲੰਘ ਗਈ ਨਾ। ਅੱਖ ਝਮਕਦਿਆਂ ਕਿੰਨਾ ਸਮਾਂ ਲੰਘ ਗਿਆ ਜ਼ਿੰਦਗੀ ਦਾ। ਪਰ ਕਹਿੰਦੇ ਇਹ ਵੀ ਇਸੇ ਤਰ੍ਹਾਂ ਆਉਣ ਵਾਲਾ ਸਮਾਂ ਵੀ ਕਿਤੇ ਤੇਰਾ ਅੱਖ ਝਮਕਦਿਆਂ ਹੀ ਨਾ ਲੰਘ ਜਾਏ, ਪਤਾ ਹੀ ਕੋਈ ਨਾ ਲੱਗੇ ਜ਼ਿੰਦਗੀ ਦਾ ਸਫ਼ਰ ਕਦੋਂ ਮੁੱਕ ਗਿਆ, ਕਦੋਂ ਇਸ ਜ਼ਿੰਦਗੀ ਦਾ ਸਫ਼ਰ ਜਿਹੜਾ ਹੈ ਉਹ ਤੇਰਾ ਮੁੱਕ ਗਿਆ, ਜ਼ਿੰਦਗੀ ਸਮਾਪਤ ਹੋ ਗਈ ਤੇ ਰਾਮ ਨਾਮ ਜਾਣਿਓ ਨਹੀਂ। ਤੂੰ ਹਜੇ ਤੱਕ ਪਰਮੇਸ਼ਵਰ ਦਾ ਨਾਮ ਜਾਣਿਆ ਸਮਝਿਆ ਹੀ ਨਹੀਂ। ਇੱਕ ਹੋਰ ਬੇਨਤੀ ਨੂੰ ਸਮਝ ਲੈਣਾ, ਜਿਸ ਦਿਨ ਅਸੀਂ ਨਾਮ ਨੂੰ ਸਮਝ ਲਾਂਗੇ ਉਸ ਦਿਨ ਸਾਡੀ ਬਾਹਰ ਦੀ ਯਾਤਰਾ ਖਤਮ ਹੋ ਜਾਏਗੀ, ਅੰਦਰ ਦੀ ਯਾਤਰਾ ਸ਼ੁਰੂ ਹੋ ਜਾਏਗੀ। ਬਾਹਰ ਦਾ ਸਫ਼ਰ ਮੁੱਕ ਜਾਏਗਾ, ਅੰਦਰ ਦਾ ਸਫ਼ਰ ਸ਼ੁਰੂ ਹੋ ਜਾਏਗਾ। ਭਾਈ ਲਹਿਣਾ ਜੀ ਦਾ ਸਫ਼ਰ ਬਾਹਰ ਜਿਹੜਾ ਸੀ ਜੰਮੂ ਦੇ ਇਲਾਕੇ ਤੱਕ ਚੱਲਦਾ ਰਿਹਾ। ਜਿਸ ਦਿਨ ਸਮਝ ਆ ਗਈ ਉਸ ਦਿਨ ਭਾਈ ਲਹਿਣਾ ਜੀ ਨੇ ਬਾਹਰ ਦਾ ਸਫ਼ਰ ਛੱਡ ਕੇ ਗੁਰੂ ਦੇ ਗਿਆਨ ਨਾਲ ਅੰਦਰ ਦਾ ਸਫ਼ਰ ਸ਼ੁਰੂ ਕੀਤਾ। ਤੇ ਜਿਸ ਦਿਨ ਅੰਦਰ ਦਾ ਸਫ਼ਰ ਪੂਰਾ ਹੋ ਗਿਆ ਉਸ ਦਿਨ ਭਾਈ ਲਹਿਣਾ ਜੀ ਲਹਿਣਾ ਨਹੀਂ ਰਹਿ ਗਏ, ਉਸ ਦਿਨ ਉਹ ਗੁਰੂ ਅੰਗਦ ਦੇਵ ਜੀ ਦਾ ਰੂਪ ਬਣ ਗਏ। ਥੋੜਾ ਜਿਹਾ ਸਮਝ ਲੈਣਾ। ਗੁਰੂ ਅਮਰਦਾਸ ਜੀ ਹਰਿਦੁਆਰ ਤੱਕ ਆਪਣਾ ਸਫ਼ਰ ਕਰਦੇ ਨੇ। ਬਾਹਰ ਦਾ ਸਫ਼ਰ ਕਰਦਿਆਂ
19 ਵਾਰ ਦਾ ਸਫ਼ਰ ਹੋ ਗਿਆ, ਪਤਾ ਹੀ ਨਹੀਂ ਲੱਗਾ। ਪਰ ਜਿੱਦਣ ਸਮਝ ਆਈ, ਗੁਰੂ ਦੇ ਗਿਆਨ ਦੀ ਰੋਸ਼ਨੀ ਵਿੱਚ ਅੰਦਰ ਦਾ ਸਫ਼ਰ ਕੀਤਾ, ਜਿੱਦਣ ਅੰਦਰ ਦਾ ਸਫ਼ਰ ਕੀਤਾ, ਉਸ ਦਿਨ ਸਫ਼ਰ ਕਰਦੇ ਕਰਦੇ ਜਿੱਦਣ ਮੁਕਾਮ ਤੇ ਪਹੁੰਚੇ, ਉਸ ਦਿਨ ਅਮਰਦਾਸ ਜੀ, ਅਮਰਦਾਸ ਨਹੀਂ ਗੁਰੂ ਅਮਰਦਾਸ ਜੀ ਬਣ ਗਏ। ਉਸ ਦਿਨ ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਭਾਈ ਜੇਠਾ ਜੀ ਬਾਹਰ ਦਾ ਸਫ਼ਰ ਕਰਦੇ ਨੇ, ਪਰ ਜਿੱਦਣ ਗੁਰੂ ਦੇ ਗਿਆਨ ਦੀ ਰੋਸ਼ਨੀ ਮਿਲੀ, ਬਾਹਰ ਦਾ ਸਫ਼ਰ ਨਹੀਂ ਅੰਦਰ ਦਾ ਸਫ਼ਰ ਕੀਤਾ, ਤੇ ਅੰਦਰ ਦਾ ਸਫ਼ਰ ਕਰਦੇ 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 ਜਿੱਦਣ ਮੁਕਾਮ ਤੇ ਪਹੁੰਚ ਗਏ, ਭਾਈ ਜੇਠਾ ਜੀ ਜੇਠਾ ਨਹੀਂ ਰਹਿ ਗਏ, ਗੁਰੂ ਰਾਮਦਾਸ ਜੀ ਬਣ ਗਏ। ਇਸੇ ਤਰ੍ਹਾਂ ਅਸੀਂ ਵੀ ਇਸ ਮਨੁੱਖਾ ਜੀਵਨ ਦੇ ਵਿੱਚ ਆ ਕੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਕਹਿਣ ਲੱਗੇ ਤੂੰ ਆਪਣੇ ਅੰਦਰ ਨੂੰ ਖੋਜ, ਆਪਣੇ ਅੰਦਰ ਦਾ ਸਫ਼ਰ ਨਿਤ ਉੱਠ ਕੇ ਕਰਿਆ ਕਰ। ਕਿਵੇਂ ਕਰਿਆ ਕਰੀਏ? ਨਿਤਨੇਮ ਨਾਲ ਜੁੜ ਕੇ। ਜਿਹੜਾ ਅਸੀਂ ਨਿਤ ਉੱਠ ਕੇ ਬਾਣੀ ਦਾ ਅਭਿਆਸ ਕਰਨਾ, ਉਹਦਾ ਮਤਲਬ ਹੈ ਤੂੰ ਨਿਤ ਅੰਦਰ ਦਾ ਸਫ਼ਰ ਕਰਨਾ ਹੈ। ਤੂੰ ਰੋਜ਼ ਚੱਲ, ਰੋਜ਼ 2 ਕਦਮ ਚੱਲ, ਰੋਜ਼ 2 ਕਦਮ ਚੱਲੇਗਾ ਤੇ ਇੱਕ ਦਿਨ ਮੰਜ਼ਲ ਤੇ ਪਹੁੰਚ ਜਾਏਗਾ। ਰੋਜ਼ ਆਪਣੇ ਆਪ ਨੂੰ ਨਿਤਨੇਮ ਨਾਲ ਜੋੜ ਕੇ ਅੰਦਰ ਨੂੰ ਖੋਜ। ਜਿਸ ਦਿਨ ਅੰਦਰ ਦਾ ਸਫ਼ਰ ਕਰ ਲਏਗਾ, ਉਸ ਦਿਨ ਤੂੰ ਨਹੀਂ ਰਹਿ ਜਾਏਗਾ, ਜਾਂ ਤੇਰੇ ਅੰਦਰ ਮੈਂ ਨਹੀਂ ਰਹਿ ਜਾਏਗੀ। ਉਸ ਦਿਨ ਕੀ ਹੋਏਗਾ? ਉਸ ਦਿਨ ਤੂੰ ਹਰੀ ਦਾ ਰੂਪ ਹੋ ਜਾਏਗਾ। ਉਸ ਦਿਨ ਤੂੰ ਉਹਦਾ ਭਗਤ ਹੋ ਜਾਏਗਾ। ਉਸ ਦਿਨ ਤੂੰ ਉਹਦਾ ਪਿਆਰਾ ਹੋ ਜਾਏਗਾ। ਉਸ ਦਿਨ ਤੇਰੇ ਵਿੱਚ ਤੇ ਉਹਦੇ ਵਿੱਚ ਕੋਈ ਅੰਤਰ ਰਹਿ ਹੀ ਨਹੀਂ ਜਾਏਗਾ। ਪਰ ਅਸੀਂ ਹਜੇ ਉਹਦਾ ਰੂਪ ਹੋਣ ਦਾ ਯਤਨ ਹੀ ਨਹੀਂ ਕਰ ਰਹੇ। ਅਸੀਂ ਤੇ ਹਜੇ ਤਨ ਕਰਕੇ ਹੀ ਧਰਮੀ ਬਣ ਕੇ, ਧਰਮ ਦੇ ਕਰਮ ਕਰਕੇ ਅੰਦਰੋਂ ਧੰਦਿਆਂ, ਇੱਥੇ ਫਿਰ ਬੇਨਤੀ ਕਰਾਂ, ਅੰਦਰੋਂ ਧੰਦਿਆਂ 'ਚ ਫਸੇ ਹੋਏ ਆ ਮਨ, ਤੇ ਬਾਹਰੋਂ ਤਨ ਧਰਮ ਦੇ ਵਿੱਚ ਹੈ, ਅੰਦਰੋਂ ਮਨ ਧੰਦੇ ਵਿੱਚ ਹੈ। ਨਹੀਂ ਗੱਲ ਬਣੇਗੀ। ਮਨ ਜਿੰਨਾ ਚਿਰ ਇਹਨਾਂ ਧੰਦਿਆਂ ਦੇ ਜੰਜਾਲ ਵਿੱਚੋਂ ਨਹੀਂ ਨਿਕਲਦਾ, ਉਨਾ ਚਿਰ ਅਸੀਂ ਅੰਦਰ ਦਾ ਸਫ਼ਰ ਨਹੀਂ ਕਰ ਸਕਦੇ, ਕਿਉਂਕਿ ਅੰਦਰ ਦਾ ਸਫ਼ਰ ਮਨ ਦੇ ਰਾਹੀਂ ਹੋਣਾ ਹੈ। ਤੇ ਜੇ ਮਨ ਹੀ ਨਹੀਂ ਚੱਲੇਗਾ ਤੇ ਅਸੀਂ ਸਫ਼ਰ ਕਿੱਥੋਂ ਕਰਾਂਗੇ? ਮੰਨ ਲਓ ਅਸੀਂ ਬਹੁਤ ਦੂਰ ਦਾ ਸਫ਼ਰ ਕਰਨਾ ਤੇ ਸਾਡੇ ਕੋਲ ਇੱਕ ਸਾਧਨ ਹੈ ਗੱਡੀ ਦਾ। ਅਸੀਂ ਸਾਰੀ ਤਿਆਰੀ ਕਰ ਲਈ, ਆਪਣੇ ਕੱਪੜੇ ਵੀ ਪੈਕ ਕਰ ਲਏ, ਸਾਰੀ ਤਿਆਰੀ ਅਸੀਂ ਕਰ ਲਈ, ਪਰ ਜਦੋਂ ਅਸੀਂ ਉਹਨੂੰ ਸਟਾਰਟ ਕੀਤਾ, ਉਹ ਸਟਾਰਟ ਹੀ ਕੋਈ ਨਾ ਹੋਈ। ਯਤਨ ਕਰਦੇ ਰਹੇ, ਹਾਰ ਕੇ ਫਿਰ ਬਹਿ ਗਏ ਵੀ ਜਿਹਨੇ ਸਾਨੂੰ ਲੈ ਕੇ ਜਾਣਾ ਸੀ ਉਹ ਹੀ ਨਹੀਂ ਸਟਾਰਟ ਹੋਈ, ਤੇ ਜਾਣਾ ਕਿੱਥੋਂ? ਸਾਰੀਆਂ ਤਿਆਰੀਆਂ ਕੀਤੀਆਂ ਧਰੀਆਂ ਧਰਾਈਆਂ ਰਹਿ ਗਈਆਂ। ਇਹੀ ਹਾਲਤ ਸਾਡੀ ਹੈ। ਸਰੀਰ ਕਰਕੇ ਧਰਮੀ ਅਸੀਂ ਧਰਮ ਦੇ ਕਰਮ ਕਰੀ ਜਾਂਦੇ ਆ, ਤੇ ਮਨ ਜੇ ਅੰਦਰ ਚੱਲਿਆ ਹੀ ਨਾ। ਚੱਲਣਾ ਤੇ ਮਨ ਨੇ ਹੈ ਨਾ, ਤੇ ਮਨ ਅੰਦਰ ਸਟਾਰਟ ਹੀ ਨਹੀਂ ਹੋਇਆ, ਮਨ ਅੰਦਰ ਜਾਗਿਆ ਹੀ ਨਹੀਂ, ਮਨ ਸੁੱਤਾ ਰਹਿ ਗਿਆ, ਮਨ ਚੱਲਿਆ ਹੀ ਨਹੀਂ। ਤੇ ਸਭ ਕਹਿੰਦੇ ਜੇ ਤੇਰਾ ਮਨ ਹੀ ਨਾ ਚੱਲਿਆ, ਤੇਰੇ ਸਾਰੇ ਕੀਤੇ ਕਰਮ ਫੋਕਟ ਹੋ ਜਾਣਗੇ। ਇਹ ਸਾਰੇ ਕੀਤੇ ਹੋਏ ਕਰਮ ਤੇਰੇ ਬੇਕਾਰ ਚਲੇ ਜਾਣਗੇ, ਕਿਉਂਕਿ ਇਹ ਸਫਲ ਤਾਂ ਹੋਣੇ ਸੀ ਜੇ ਵਿੱਚ ਮਨ ਨਾਲ ਚੱਲਦਾ। ਮਨ ਚੱਲਿਆ ਨਹੀਂ। ਮਨ ਚੱਲਦਾ ਬੁਰੇ ਵਾਲੇ ਪਾਸੇ। ਬੁਰੇ ਵਾਲੇ ਪਾਸੇ ਜਾਣਾ ਹੋਵੇ, ਮਨ ਨੂੰ ਜਾਗ ਵੀ ਆ ਜਾਂਦੀ ਹੈ, ਇਹ ਸਟਾਰਟ ਵੀ ਹੋ ਜਾਂਦਾ ਹੈ, ਇਹਨੂੰ એનર્ਜੀ ਵੀ ਮਿਲ ਜਾਂਦੀ ਹੈ। ਪਰ ਜਦੋਂ ਕਿਤੇ ਚੰਗੇ ਵਾਲੇ ਪਾਸੇ ਤੁਰਨਾ ਹੋਵੇ, ਫਿਰ ਇਹਦੇ ਜਾਨ ਸਾਥੀ ਮੁੱਕ ਜਾਂਦੀ ਹੈ। ਇਸ ਲਈ ਕਹਿ ਰਹੇ ਨੇ, ਕਹਿਣ ਲੱਗੇ ਦੇਖ ਤੂੰ ਧੰਦਿਆਂ ਦੇ ਵਿੱਚ ਫਸਿਆ ਪਿਆ। ਅੱਖ ਝਮਕਣ ਦੇ ਸਮੇਂ ਵਿੱਚ ਹੀ ਪਲ ਪਲ ਕਰਕੇ ਤੇਰੀ ਜ਼ਿੰਦਗੀ ਦਾ ਸਮਾਂ ਵੀ ਲੰਘ ਰਿਹਾ ਹੈ। ਔਰ ਕਿੰਨਾ ਸਮਾਂ ਅੱਖ ਝਮਕਦਿਆਂ ਲੰਘ ਗਿਆ, ਉਹ ਆਪਣੀ ਆਪਣੀ ਉਮਰ ਦੇ ਹਿਸਾਬ ਨਾਲ ਅੰਦਾਜ਼ਾ ਲਾ ਲਓ। ਜਿੱਥੇ ਤੱਕ ਵੀ ਆਵਾਜ਼ ਜਾਂਦੀ ਹੈ, ਜਾਂ ਜਿੰਨੇ ਵੀ ਆਪਾਂ ਸੁਣ ਰਹੇ ਹਾਂ, ਸਾਰੇ ਆਪੋ ਆਪਣੀ ਉਮਰ ਦੇ ਨਾਲ ਕੈਲਕੂਲੇਟ ਕਰਕੇ ਵੇਖ ਲਓ ਕਿ ਕਿੰਨੇ ਸਾਲ, ਕਿੰਨੇ ਦਿਨ, ਕਿੰਨੀਆਂ ਘੜੀਆਂ, ਕਿੰਨੇ ਥਿੱਤਵਾਰ ਸਾਡੀ ਜ਼ਿੰਦਗੀ ਦੇ ਲੰਘ ਗਏ ਨੇ। ਪਰ ਜਿੰਨੇ ਲੰਘ ਗਏ ਨੇ, ਅੱਗੋਂ ਉਮੀਦ ਉਨਿਆਂ ਦੀ ਨਾ ਰੱਖੀਏ। ਕਹਿੰਦੇ ਜਿੰਨੇ ਅੱਖ ਝਮਕਦਿਆਂ ਪਲ ਜ਼ਿੰਦਗੀ ਦੇ ਗੁਜ਼ਰ ਗਏ ਨੇ ਨਾ, ਪਰ ਧਿਆਨ ਰੱਖੀ ਅਗਲਾ ਪਲ ਪਤਾ ਨਹੀਂ ਅੱਖ ਝਮਕਿਆ, ਪਤਾ ਨਹੀਂ ਅਗਲਾ ਪਲ ਮਿਲਣਾ ਕਿ ਨਹੀਂ ਮਿਲਣਾ। ਕਿਤੇ ਅੱਖ ਝਮਕਦਿਆਂ ਮੁੜ ਕੇ ਅੱਖ ਤੇਰੀ ਖੁੱਲੇ ਹੀ ਕੋਈ ਨਾ।
ਅੱਖ ਤੂੰ ਝਮਕੀ ਤਾਂ ਜ਼ਰੂਰ ਸੀ, ਬੰਦ ਤਾਂ ਕੀਤੀ ਸੀ, ਮੁੜ ਕੇ ਖੁੱਲੀ ਨਹੀਂ ਅੱਖ, ਕਿਉਂਕਿ ਇੱਕ ਪਲ ਦੀ ਤਾਂ ਖੇਡ ਹੈ। ਹਮ ਦਾ ਆਦਮੀ ਹਾਂ ਇੱਕਦਮੀ, ਇੱਕ ਪਲ ਦੀ ਤਾਂ ਖੇਡ ਹੈ ਸਾਡੀ ਜ਼ਿੰਦਗੀ ਦੀ। ਤਾਈ ਤੇ ਬਾਬਾ ਫਰੀਦ ਸਾਹਿਬ ਨੇ ਕਿਹਾ ਸੀ, ਧਿਆਨ ਰੱਖੀ ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ। ਅੱਖਾਂ ਝਮਕਦਿਆਂ ਝਮਕਦਿਆਂ ਤੂੰ ਇਹਨਾਂ ਧੰਦਿਆਂ ਵਿੱਚ ਫਸਿਆ, ਕਿੰਨੀ ਜ਼ਿੰਦਗੀ ਉਮਰ ਗਵਾ ਦਿੱਤੀ। ਜਦੋਂ ਤੂੰ ਝਾਤੀ ਮਾਰੇਗਾ ਤਾਂ ਤੈਨੂੰ ਰੋਣ ਤੋਂ ਸਿਵਾ ਕੁਛ ਨਹੀਂ ਮਿਲਣਾ। ਬਹੁਤ ਨੇ ਐਸੇ ਜਿਨ੍ਹਾਂ ਨੂੰ ਅੱਜ ਜ਼ਿੰਦਗੀ ਦੀ ਸਮਝ ਆਈ, ਉਹ ਪਿਛਲਾ ਪਿਛੋਕੜ ਵੇਖ ਕੇ ਅੱਖਾਂ ਭਰ ਲੈਂਦੇ ਨੇ। ਉਹ ਕਹਿੰਦੇ ਅਸੀਂ ਇੰਨਾ ਸਮਾਂ ਐਵੇਂ ਹੀ ਗਵਾ ਦਿੱਤਾ, ਸਾਨੂੰ ਜ਼ਿੰਦਗੀ ਦੀ ਸਮਝ ਹੀ ਨਹੀਂ ਆਈ, ਸਾਨੂੰ ਜੀਵਨ ਜਿਉਣ ਦਾ ਢੰਗ ਤਰੀਕਾ ਹੀ ਨਹੀਂ ਆਇਆ। ਹੁਣ ਆਇਆ, ਹੁਣ ਜਦੋਂ ਦੇਖਦੇ ਹਾਂ ਤੇ ਜ਼ਿੰਦਗੀ ਦਾ ਕਿੰਨਾ ਸਮਾਂ ਲੰਘ ਚੁੱਕਾ ਹੈ, ਕਿੰਨਾ ਸਫ਼ਰ ਅਸੀਂ ਤੈਅ ਕਰਕੇ ਆਏ, ਸਾਰੇ ਦਾ ਸਾਰਾ ਬੇਅਰਥ ਚਲਾ ਗਿਆ। ਤੋ ਕਬੀਰ ਜੀ ਕਹਿੰਦੇ ਨੇ, ਕਹਿੰਦੇ ਕਬੀਰ ਆਖੀਂ ਕੇਰੇ ਮਟ ਕੇ, ਪਲ ਪਲ ਗਈ ਬਿਹਾਏ। ਅੱਖ ਝਮਕਦਿਆਂ ਝਮਕਦਿਆਂ ਪਲ ਪਲ ਦੇ ਵਿੱਚ ਤੂੰ ਰਾਮ ਦੇ ਨਾਮ ਨੂੰ ਜਾਣਿਆ ਨਹੀਂ, ਤੂੰ ਉਹਦੇ ਨਾਮ ਨੂੰ ਸਮਝਿਆ ਨਹੀਂ, ਤੂੰ ਸੱਚ ਨਾਲ ਜੁੜਿਆ ਨਹੀਂ, ਸੱਚ ਨੂੰ ਸਮਝਿਆ ਨਹੀਂ। ਪਲ ਪਲ ਕਰਕੇ ਬਿਹਾਏ ਦਾ ਅਰਥ ਹੈ ਤੇਰੀ ਸਾਰੀ ਜ਼ਿੰਦਗੀ ਲੰਘ ਗਈ, ਬਤੀਤ ਹੋ ਗਈ। ਤੇਰੀ ਉਮਰ ਜਿਹੜੀ ਹੈ ਉਹ ਇਸੇ ਤਰ੍ਹਾਂ ਬਤੀਤ ਹੋ ਗਈ ਤੇ ਹੋ ਜਾਵੇਗੀ। ਮਨ ਜੰਜਾਲ ਨਾ ਛੋੜਈ, ਜਮ ਦੀਆ ਦਮਾਮਾ ਆਏ। ਕਬੀਰ ਸਾਹਿਬ ਕਹਿੰਦੇ ਦੇਖੋ, ਅੱਖ ਝਮਕਦੇ ਝਮਕਦੇ ਪਲ ਪਲ ਕਰਕੇ ਜ਼ਿੰਦਗੀ ਲੰਘ ਗਈ। ਰਾਮ ਨਾਮ ਜਾਣਿਓ ਨਹੀਂ, ਪਰ ਤੂੰ ਰਾਮ ਦਾ ਨਾਮ ਨਹੀਂ ਨਾ ਜਾਣਿਆ ਸਾਰੀ ਜ਼ਿੰਦਗੀ। ਹੋਇਆ ਕੀ, ਮਨ ਜੰਜਾਲ ਨਾ ਛੋੜਈ, ਮਨ ਨੇ ਜੰਜਾਲ ਛੱਡਿਆ ਹੀ ਨਹੀਂ। ਜਿਹੜਾ ਜਾਲਾ ਸੀ ਨਾ ਬਣਿਆ ਹੋਇਆ, ਮਨ ਨੇ ਉਹਨੂੰ ਇਸ ਤਰ੍ਹਾਂ ਪਕੜ ਕੇ ਰੱਖਿਆ ਹੋਇਆ, ਜਿਹੜਾ ਸੰਸਾਰ ਦਾ ਮੋਹ ਸੀ ਉਹ ਛੱਡਿਆ ਹੀ ਨਾ ਗਿਆ। ਮੋਹ ਦੀ ਪਕੜ ਇੰਨੀ ਮਜ਼ਬੂਤ ਸੀ ਕਿ ਮੋਹ ਨੇ ਸਾਨੂੰ ਨਹੀਂ ਛੱਡਿਆ, ਅਸੀਂ ਮੋਹ ਨੂੰ ਨਹੀਂ ਛੱਡਿਆ। ਮਨ ਨੇ ਜੰਜਾਲ ਨੂੰ ਨਹੀਂ ਛੱਡਿਆ, ਜੰਜਾਲ ਨੇ ਮਨ ਨੂੰ ਨਹੀਂ ਛੱਡਿਆ। ਕਹਿਣ ਲੱਗੇ ਮਨ ਜੰਜਾਲ ਨਾ ਛੋੜਈ, ਨਹੀਂ ਛੱਡਿਆ। ਅੱਖ ਝਮਕਦੇ ਝਮਕਦੇ ਇੰਨੇ ਸਾਲ ਜ਼ਿੰਦਗੀ ਦੇ ਬਤੀਤ ਹੋ ਗਏ। ਹੁਣ ਕੀ ਹੋਇਆ, ਜਮ ਦੀਆ ਦਮਾਮਾ ਆਏ। ਹੁਣ ਉਸ ਜਮ ਨੇ ਆ ਕੇ ਨਗਾਰਾ ਵਜਾ ਦਿੱਤਾ। ਉਹ ਜਿਹੜਾ ਜਮ ਆਇਆ ਲੈਣ ਵਾਸਤੇ, ਕਹਿੰਦੇ ਮੌਤ ਜਿਹੜੀ ਸੀ, ਮੌਤ ਦਾ ਸਮਾਂ, ਉਹਨੇ ਆ ਕੇ ਆਪਣਾ ਡੰਕਾ ਵਜਾ ਦਿੱਤਾ, ਉਹਨੇ ਆ ਕੇ ਆਪਣਾ ਨਗਾਰਾ ਵਜਾ ਦਿੱਤਾ। ਤੇ ਜਦੋਂ ਜਮ ਦਾ ਨਗਾਰਾ ਵੱਜ ਗਿਆ, ਜਦੋਂ ਇਹਦਾ ਡੰਕਾ ਵੱਜ ਗਿਆ, ਤੇ ਇੱਕ ਪਲ ਵੀ ਤੈਨੂੰ ਅੱਖ ਝਮਕਣ ਨੂੰ ਨਹੀਂ ਮਿਲਣਾ। ਹੁਣ ਉਹ ਕਦੋਂ ਸਾਡੀ ਜ਼ਿੰਦਗੀ ਦਾ ਦਮਾਮਾ ਵੱਜ ਜਾਣਾ ਪਤਾ ਕਿਸੇ ਨੂੰ? ਜਿੰਨੇ ਵੀ ਆਪਾਂ ਹਾਂ, ਸਾਨੂੰ ਪਤਾ ਹੀ ਨਹੀਂ ਸਾਡੀ ਜ਼ਿੰਦਗੀ ਦਾ ਦਮਾਮਾ ਕਦੋਂ ਵੱਜ ਜਾਣਾ ਹੈ। ਪਤਾ ਨਹੀਂ ਹੋਰ ਕਿੰਨੇ ਪਲ, ਕਿੰਨੇ ਦਿਨ, ਕਿੰਨੇ ਸਾਲ ਸਾਨੂੰ ਜ਼ਿੰਦਗੀ ਦੇ ਮਿਲਣੇ, ਕੋਈ ਪਤਾ ਨਹੀਂ ਹੈ। ਬਸ ਇਹ ਪਤਾ ਹੈ ਕਿ ਹਮ ਆਦਮੀ ਹਾਂ ਇੱਕਦਮ। ਉਹ ਵੀ ਤਾਂ ਪਤਾ ਹੋਏਗਾ ਜੇ ਗੁਰਬਾਣੀ ਨੂੰ ਜਾਣਾਂਗੇ, ਗੁਰਬਾਣੀ ਨੂੰ ਸਮਝਾਂਗੇ। ਉਹ ਵੀ ਤਾਂ ਹੀ ਸਾਨੂੰ ਗਿਆਨ ਹੋਏਗਾ। ਨਹੀਂ ਤੇ ਬੰਦਾ ਹੱਥ ਸੀਨੇ ਤੇ ਹੱਥ ਰਾ ਮਾਰ ਕੇ ਕਹਿੰਦਾ ਮੈਨੂੰ 5 ਸਾਲ ਕੀ ਹੋਣ ਲੱਗਾ, ਮੈਨੂੰ 10 ਸਾਲ ਕੀ ਹੋਣ ਲੱਗਾ, ਕੁਛ ਨਹੀਂ ਹੋਣ ਲੱਗਾ, ਮੈਨੂੰ 20 ਸਾਲ, ਅਜੇ ਤੇ ਮੈਂ 20 ਸਾਲ ਜ਼ਿੰਦਗੀ ਜਿਉਣੀ ਹੈ। ਪਰ ਉਹਨੂੰ ਇਹ ਨਹੀਂ ਪਤਾ 20 ਸਾਲ ਕਹਿਣ ਵਾਲਿਆ 20 ਸਵਾਸ ਵੀ ਤੈਨੂੰ ਮਿਲਣੇ ਆ ਕਿ ਨਹੀਂ। 5 ਸਾਲ ਦਾਅਵਾ ਕਰਨ ਵਾਲੇ 5 ਮਿੰਟ ਵੀ ਤੈਨੂੰ ਜ਼ਿੰਦਗੀ ਦੇ ਜਿਉਣ ਨੂੰ ਮਿਲਣੇ ਆ ਕਿ ਨਹੀਂ ਮਿਲਣੇ। ਪਰ ਇਹ ਤਾਂ ਹੀ ਹੋਏਗਾ ਜੇ ਰਾਮ ਦੇ ਨਾਮ ਨੂੰ ਆਪਾਂ ਜਾਣਾਂਗੇ। ਇਹ ਸਾਰੀਆਂ ਗੱਲਾਂ ਤਾਂ ਹੀ ਕਲੀਅਰ ਹੋਣਗੀਆਂ। ਇਸੇ ਲਈ ਕਿਹਾ ਤੂੰ ਧੰਦਿਆਂ 'ਚ ਫਸਿਆ ਪਿਆ, ਅੱਖਾਂ ਅੱਗੇ ਹਨੇਰਾ ਆਇਆ ਪਿਆ, ਮਨ ਵਿੱਚ ਮੈਲ ਇਕੱਠੀ ਹੋਈ ਪਈ ਹੈ, ਤੈਨੂੰ ਪਤਾ ਹੀ ਨਹੀਂ ਕਿਆ ਜਾਣਾ ਕਿਵ ਮਰੇਂਗੇ ਕੈਸਾ ਮਰਨਾ ਹੋਏ, ਕਿੱਦਾਂ ਮੌਤ ਆਉਣੀ ਹੈ, ਕਿਵੇਂ ਆਉਣੀ ਹੈ, ਕਿਸ ਤਰ੍ਹਾਂ ਆਉਣੀ ਹੈ। ਪਰ ਤੂੰ ਇਹਨਾਂ ਧੰਦਿਆਂ 'ਚ ਹੀ ਫਸਿਆ ਪਿਆ। ਇਹਨਾਂ ਦਿਨਾਂ ਦੇ ਵਿੱਚ ਜਿਹੜੇ ਸਰੀਰ ਛੱਡ ਰਹੇ ਨੇ, ਜਾਂ ਇਸ ਰੋਗ ਕਰਕੇ ਸਰੀਰ ਛੱਡ ਰਹੇ, ਕਦੀ ਉਹਨਾਂ ਨੇ ਸੋਚਿਆ ਸੀ ਕਿ ਸਾਡੇ ਮੌਤ ਤੋਂ ਬਾਅਦ ਸਾਡਾ ਪਰਿਵਾਰ ਵੀ ਨੇੜੇ ਨਹੀਂ ਆਏਗਾ। ਜਿਹੜੇ ਜ਼ਿੰਦਗੀ ਜਿਉ ਕੇ ਗਏ,
ਜਿਨ੍ਹਾਂ ਨੂੰ ਆ ਰੋਗ ਅੱਜ ਦੇ ਸਮੇਂ ਦਾ ਜਿਹੜਾ ਲੱਗਾ, ਤੇ ਉਹਨਾਂ ਨੇ ਕਦੀ ਸੋਚਿਆ ਸੀ ਕਿ ਇੱਕ ਦਿਨ ਐਸਾ ਆਏਗਾ ਕਿ ਸਾਡਾ ਆਪਣਾ ਪਰਿਵਾਰ ਵੀ ਸਾਨੂੰ ਹੱਥ ਲਾਉਣ ਤੋਂ ਡਰੇਗਾ। ਬੰਦਾ ਕਹਿੰਦਾ ਸੀ ਮੇਰੇ ਮਰਨ ਤੋਂ ਬਾਅਦ ਇੰਨੀ ਦੁਨੀਆ ਇਕੱਠੀ ਹੋਏਗੀ, ਇੰਨੀ ਦੁਨੀਆ ਇਕੱਠੀ ਹੋਏਗੀ, ਪਰ ਪਤਾ ਲੱਗਾ ਜਿਹੜੇ ਚਾਰ ਦੇ ਪਰਿਵਾਰ ਦੇ 4 ਜੀ ਸੀ ਉਹ ਵੀ ਇਕੱਠੇ ਨਾ ਹੋਏ। ਔਰ ਇਸ ਰੋਗ ਨੇ ਕੈਸੀ ਹਾਲਤ ਬਣਾ ਦਿੱਤੀ ਆ। ਭੇਜਿਆ ਸੀ ਕਿਸੇ ਪਿਆਰੇ ਨੇ ਵੀਡੀਓ ਕਲਿੱਪ ਕਿ ਕਿਸੇ ਘਰ ਦਾ ਪ੍ਰਾਣੀ ਸਰੀਰ ਛੱਡ ਜਾਂਦਾ ਹੈ ਤੇ ਲੋਕ ਆਉਂਦੇ ਨੇ, ਗੱਡੀਆਂ ਤੇ ਬੈਠੇ ਆਉਂਦੇ ਨੇ ਤੇ ਉੱਥੋਂ ਹੀ ਹੱਥ ਜੋੜ ਕੇ ਦਰਵਾਜ਼ੇ ਤੋਂ ਲੰਘੀ ਜਾਂਦੇ ਨੇ, ਨੇੜੇ ਪਰਿਵਾਰ ਦੇ ਨੇੜੇ ਵੀ ਨਹੀਂ ਆ ਰਹੇ। ਉਹ ਬਸ ਗੱਡੀਆਂ 'ਚ ਬੈਠੇ ਬੈਠੇ ਹੀ ਹੱਥ ਜੋੜ ਕੇ ਲੰਘੀ ਜਾ ਰਹੇ ਨੇ ਤੇ ਕਹਿ ਰਹੇ ਨੇ ਬਸ ਸਾਡੀ ਹਾਜ਼ਰੀ ਇੱਥੋਂ ਹੀ ਕਬੂਲ ਕਰ ਲਿਓ, ਅਸੀਂ ਉਤਰ ਕੇ ਤੁਹਾਡੇ ਕੋਲ ਵੀ ਨਹੀਂ ਆ ਸਕਦੇ ਤੁਹਾਡਾ ਦੁੱਖ ਵੰਡਾਉਣ ਲਈ। ਇਹ ਕੀ ਹੈ? ਕੁਦਰਤ ਸਾਨੂੰ ਕੀ ਦਿਖਾ ਰਹੀ ਹੈ? ਉਸ ਕਰਤੇ ਦੀ ਕੁਦਰਤ ਸਾਨੂੰ ਕੀ ਸਮਝਾ ਰਹੀ ਹੈ ਕਿ ਬੰਦਿਆ ਕਿਹੜੇ ਧੰਦਿਆਂ 'ਚ ਤੂੰ ਫਸਿਆ ਪਿਆ ਹੈ, ਕਿਹੜੇ ਆਲ ਜੰਜਾਲ ਵਿੱਚ ਫਸਿਆ ਪਿਆ ਹੈ। ਤੂੰ ਤੇਰਾ ਸਰੀਰ ਵੀ ਜਿਹੜਾ ਇਸ ਹਾਲਤ ਵਿੱਚ ਹੋਏਗਾ ਕਿ ਜਿਹੜੇ ਨੂੰ ਤੂੰ ਜਨਮ ਦਿੱਤਾ ਉਹ ਵੀ ਤੈਨੂੰ ਹੱਥ ਲਾਉਣ ਤੋਂ ਕੰਬਣਗੇ, ਉਹ ਵੀ ਤੈਨੂੰ ਹੱਥ ਲਾਉਣ ਤੋਂ ਡਰਨਗੇ। ਇਹ ਹਾਲਤ ਹੈ ਤੇਰੀ, ਤੂੰ ਹਜੇ ਵੀ ਨਾ ਸਮਝਿਆ। ਤੂੰ ਹਜੇ ਵੀ, ਤੈਨੂੰ ਜੇ ਸਮਝ ਇਹਨਾਂ ਵੱਲ ਵੇਖ, ਅਸੀਂ ਕਹਿੰਦੇ ਆ ਵੀ ਆਪਣੇ ਘਰ ਦੇ ਵਿੱਚ ਥੋੜੀ ਇਹ ਅੱਗ ਲੱਗੀ, ਇਹ ਤਾਂ ਫਲਾਣੇ ਦੇ ਘਰ ਅੱਗ ਲੱਗੀ ਹੈ, ਜਿਹਦੇ ਲੱਗੀ ਹੈ ਉਹ ਜਾਣੇ। ਪਰ ਕਹਿੰਦੇ ਨਹੀਂ, ਜੋ ਉਹ ਤੂੰ ਆਪਣੇ ਗਵਾਂਢ ਵੇਖਦਾ ਪਿਆ, ਹੋ ਸਕਦਾ ਹੈ ਉਹ ਕੱਲ ਨੂੰ ਤੇਰੇ ਘਰ ਵਿੱਚ ਵੀ ਹੋਵੇ। ਇਸ ਲਈ ਕਹਿ ਰਹੇ ਨੇ ਕਿ ਤੂੰ ਸੁਚੇਤ ਹੋ। ਅਸਲ ਵਿੱਚ ਗੁਰਬਾਣੀ ਸਾਨੂੰ ਜਗਾਉਂਦੀ ਹੈ, ਸੁਚੇਤ ਸਾਵਧਾਨ ਕਰਦੀ ਹੈ। ਕਬੀਰ ਸਾਹਿਬ ਜੀ ਕਹਿੰਦੇ ਦੇਖ ਅੱਖ ਝਮਕਦੇ ਝਮਕਦੇ ਪਲ ਪਲ ਗਈ ਵਿਹਾਏ, ਤੇਰੀ ਜ਼ਿੰਦਗੀ ਪਲ ਪਲ ਕਰਦੇ ਕਰਦੇ ਸਾਰੀ ਜ਼ਿੰਦਗੀ ਲੰਘ ਗਈ। ਸਮਾਂ ਅੱਖ ਝਮਕਦੇ ਝਮਕਦੇ ਪਤਾ ਨਹੀਂ ਕਿੰਨਾ ਜ਼ਿੰਦਗੀ ਦਾ ਸਮਾਂ ਲੰਘ ਗਿਆ, ਪਤਾ ਹੀ ਨਹੀਂ ਲੱਗਾ। ਜਨਮ ਤੋਂ ਲੈ ਕੇ 40 ਸਾਲ ਜ਼ਿੰਦਗੀ ਦੇ ਕਦੋਂ ਲੰਘ ਗਏ, 50 ਕਦੋਂ ਲੰਘ ਗਏ, 60 ਕਦੋਂ ਲੰਘ ਗਏ, ਪਤਾ ਹੀ ਨਹੀਂ ਲੱਗੇ। ਹੁਣ ਕਹਿ ਰਹੇ ਨੇ, ਕਹਿੰਦੇ ਧਿਆਨ ਰੱਖ, ਜੇ ਨਹੀਂ ਨਾ ਪਤਾ ਲੱਗਾ ਤੇ ਇੱਕ ਦਿਨ ਜੰਮ ਨੇ ਤੇ ਨਗਾਰਾ ਵਜਾਈ ਦੇਣਾ। ਇੱਕ ਦਿਨ ਜਿਹੜਾ ਮੌਤ ਦਾ ਸਮਾਂ ਆਉਣਾ ਹੈ, ਉਸ ਮੌਤ ਨੇ ਤੇ ਆਪਣਾ ਡੰਕਾ ਵਜਾ ਦੇਣਾ। ਉਹਨੇ ਨਹੀਂ ਵੇਖਣਾ ਵੀ ਇਹ ਆਪਣੀ ਜ਼ਿੰਦਗੀ ਨੂੰ ਸਮਝਿਆ ਜਾਂ ਨਹੀਂ ਸਮਝਿਆ, ਇਹਨੇ ਜ਼ਿੰਦਗੀ ਦੀ ਕਮਾਈ ਕੀਤੀ ਕਿ ਨਹੀਂ ਕੀਤੀ। ਉਹਨੇ ਤੇ ਆ ਕੇ ਆਪਣਾ ਨਗਾਰਾ, ਕਿਉਂਕਿ ਉਹ ਉਹਦੇ ਹੁਕਮ ਵਿੱਚ ਹੈ। ਜੰਮ ਨੇ ਵੀ ਆਪਣੀ ਮਰਜ਼ੀ ਥੋੜੀ ਕਰਨੀ ਹੈ, ਉਹ ਵੀ ਉਹਦੇ ਹੁਕਮ ਦੇ ਵਿੱਚ ਹੈ। ਜਦੋਂ ਉਹਦਾ ਹੁਕਮ ਹੋਇਆ, ਪਲ ਵਿੱਚ ਹੀ ਹੁਕਮ ਹੋਣਾ ਤੇ ਪਲ ਵਿੱਚ ਹੀ ਨਗਾਰਾ ਵੱਜ ਜਾਣਾ ਤੇ ਪਲ ਵਿੱਚ ਹੀ ਕਹਿੰਦੇ ਤੇਰੀ ਜ਼ਿੰਦਗੀ ਦੀ ਲੀਲਾ ਸਮਾਪਤ ਹੋ ਜਾਣੀ ਹੈ। ਤੂੰ ਕਿਹੜੀ ਜ਼ਿੰਦਗੀ ਇਸ ਦੁਨੀਆ ਦੇ ਰੰਗਾਂ ਵਿੱਚ ਰੰਗ ਕੇ ਬਤੀਤ ਕਰਦਾ ਪਿਆ। ਧਿਆਨ ਰੱਖੀ, ਮਨ ਜੰਜਾਲ ਨਾ ਛੋੜਈ। ਜੇ ਤੇਰਾ ਮਨ ਹਜੇ ਵੀ ਜੰਜਾਲ ਨਹੀਂ ਛੱਡਦਾ ਪਿਆ, ਹਜੇ ਵੀ ਇਸ ਜੰਜਾਲ ਵਿੱਚੋਂ ਦੀ ਬਾਹਰ ਨਹੀਂ ਨਿਕਲਣਾ ਚਾਹੁੰਦਾ ਤੇਰਾ ਮਨ, ਜਮ ਦੀਆ ਦਮਾਮਾ ਆਏ, ਫਿਰ ਜਮ ਨੇ ਤਾਂ ਆਪਣਾ ਦਮਾਮਾ ਵਜਾ ਹੀ ਦੇਣਾ ਤੇ ਜਿੱਦਨ ਵਜਾ ਦੇਣਾ ਫਿਰ ਮਲਕਲ ਮੌਤ ਜਾਂ ਆਵਸੀ ਸਭ ਦਰਵਾਜੇ ਭੰਨ, ਤਿੰਨਾਂ ਪਿਆਰੀਆਂ ਭਾਈਆਂ ਅੱਗੇ ਦਿੱਤਾ ਬੰਨ। ਵੇਖੋ ਬੰਦਾ ਚੱਲਿਆ ਚਾਹੋਂ ਜਣਿਆਂ ਦੇ ਕੰਨ, ਪਰ ਅੱਜ ਤਾਂ ਕੁਦਰਤ ਬਦਲ ਗਈ। ਕਰਤੇ ਨੇ ਕੁਦਰਤ ਰਾਹੀਂ ਕਹਿ ਦਿੱਤਾ ਧਿਆਨ ਰੱਖੀ, ਤੈਨੂੰ ਚੌ ਕੰਨ ਵੀ ਕੋਈ ਨਹੀਂ ਮਿਲਣੇ, 4 ਮੋਢੇ ਵੀ ਹੋ ਸਕਦਾ ਤੈਨੂੰ ਨਸੀਬ ਨਾ ਹੋਵਣ। ਤੇਰੀ ਜ਼ਿੰਦਗੀ ਇਸੇ ਤਰ੍ਹਾਂ ਆਲ ਜੰਜਾਲ ਵਿੱਚ ਫਸਿਆਂ ਬਤੀਤ ਹੋ ਰਹੀ ਹੈ। ਇਸ ਲਈ ਹਰ ਪਲ ਉਹਨੂੰ ਸਮਝਣ ਦਾ ਯਤਨ ਕਰੋ, ਹਰ ਪਲ ਉਹਦੇ ਨਾਮ ਦਾ ਅਭਿਆਸ ਕਰੋ। ਜਦੋਂ ਇਹ ਗੱਲ ਸਮਝ ਆਏਗੀ ਨਾ, ਫਿਰ ਇੱਕੋ ਹੀ ਅਰਦਾਸ ਹੋਏਗੀ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਮੇਰੇ ਮਾਲਕ ਜੀ ਇੱਕ ਮਿਹਰ ਕਰ ਦਿਓ, ਇੱਕ ਦਮ ਵੀ ਜਿਹੜਾ ਹੈ ਉਹ ਹੁਣ ਤੇਰੇ ਨਾਮ ਤੋਂ ਬਿਨਾ ਬੇਅਰਥ ਨਹੀਂ ਜਾਣਾ ਚਾਹੀਦਾ, ਕਿਉਂਕਿ ਪਹਿਲਾਂ ਹੀ ਮੈਂ ਬੜਾ ਕੁਝ ਗਵਾ ਚੁੱਕਾ ਤੇ ਜੋ ਮੈਂ ਗਵਾ ਚੁੱਕਾ ਅੱਗੋਂ ਮੈਂ ਹੋਰ ਗਵਾਉਣਾ ਨਹੀਂ ਚਾਹੁੰਦਾ। ਇਸ ਲਈ ਹਰ ਪਲ, ਹਰ ਸਮਾਂ, ਹਰ ਘੜੀ, ਹਰ ਦਿਨ ਮੈਂ ਅੰਦਰ ਨਾਮ ਦੇ ਨਾਲ ਜੁੜਿਆ ਬਿਤਾਉਣਾ ਚਾਹੁੰਦਾ, ਕਿਉਂਕਿ ਕਿਆ ਜਾਣਾ ਕਿਵ ਮਰੇਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨਹੁ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ।
ਮਨ ਵਿੱਚੋਂ ਉਹ ਵਿਸਰਨਾ ਨਹੀਂ ਚਾਹੀਦਾ, ਹਰ ਵੇਲੇ ਉਹਦੀ ਯਾਦ ਅੰਦਰ ਬਣੀ ਰਹਿਣੀ ਚਾਹੀਦੀ ਹੈ। ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ, ਦਿਨ ਰਾਤ ਨਾਨਕ ਚਾਓ ਇਹੋ। ਤੇ ਸੱਚ ਜਾਣਨਾ, ਜਿਹਦਾ ਮਨ ਜੁੜ ਗਿਆ ਨਾ, ਉਹ ਤਾਂ ਕਈਆਂ ਦੀ ਜ਼ਿੰਦਗੀ ਸੁੱਤੇ ਪਿਆਂ ਵੀ ਸਮਾਪਤ ਹੋ ਜਾਂਦੀ ਹੈ। ਉਹ ਰਾਤ ਨੂੰ ਸੌਂਦੇ ਨੇ, ਸਵੇਰੇ ਉੱਠਦੇ ਹੀ ਨਹੀਂ, ਪਰ ਜਿਨ੍ਹਾਂ ਦਾ ਅੰਦਰ ਹਿਰਦਾ ਜੁੜਿਆ ਹੁੰਦਾ ਨਾ, ਉਹ ਤਾਂ ਸੁੱਤੇ ਪਏ ਵੀ ਵਾਹਿਗੁਰੂ 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 ਦਾ ਜਾਪ ਕਰਦੇ ਤੇ ਦੁਨੀਆ ਤੋਂ ਚਲੇ ਜਾਂਦੇ ਨੇ। ਇਸ ਲਈ ਕਹਿ ਰਹੇ ਨੇ, ਕਹਿੰਦੇ ਦੇਖ ਪਲ ਪਲ ਜ਼ਿੰਦਗੀ ਤੇਰੀ ਲੰਘ ਗਈ, ਛਿਨ ਛਿਨ ਕਰਦਿਆਂ ਕਰਦਿਆਂ ਜ਼ਿੰਦਗੀ ਦਾ ਸਮਾਂ ਲੰਘ ਗਿਆ। ਹੁਣ ਜੰਮ ਨੇ ਆ ਕੇ ਨਗਾਰਾ ਜਿਹੜਾ ਸੀ ਉਹ ਵਜਾ ਦਿੱਤਾ, ਤੇ ਜਦੋਂ ਉਹਦਾ ਨਗਾਰਾ ਵੱਜ ਗਿਆ ਉਦੋਂ ਤੇਰੇ ਕੋਲੋਂ ਕੁਝ ਵੀ ਨਹੀਂ ਹੋਣਾ। ਤੇ ਨਗਾਰਾ ਕਦੋਂ ਵੱਜਣਾ ਹੈ ਇਹ ਸਾਨੂੰ ਤੁਹਾਨੂੰ ਕਿਸੇ ਨੂੰ ਨਹੀਂ ਪਤਾ। ਬਸ ਇਹ ਸੋਚੋ ਵੀ ਹੁਣੇ ਵੱਜਿਆ, ਹੁਣੇ ਵੱਜਿਆ, ਇਹ ਜੰਮ ਦਾ ਨਗਾਰਾ ਹੁਣ ਵੱਜਿਆ। ਬਸ ਇਹ ਸੋਚ ਕੇ ਹਰ ਪਲ ਉਹਨੂੰ ਚੇਤੇ ਰੱਖੀਏ, ਉਹਦੇ ਨਾਮ ਨੂੰ ਜਾਣਨ ਸਮਝਣ ਦਾ ਯਤਨ ਕਰੀਏ, ਤਾਂ ਇਸ ਜੰਜਾਲ ਤੋਂ ਛੁਟਕਾਰਾ ਹੋਏਗਾ। ਗੁਰੂ ਸਾਹਿਬ ਕਹਿੰਦੇ ਤੂੰ ਬਾਹਰ ਦੀਆਂ ਚਿੰਤਾਵਾਂ ਲੈ ਕੇ ਬੈਠਾ ਹੈ, ਤੈਨੂੰ ਸਰੀਰ ਦੀ ਚਿੰਤਾ ਹੈ, ਸਰੀਰ ਦੀ ਪੂਰਤੀ ਦੀ ਚਿੰਤਾ ਹੈ, ਪਰ ਤੈਨੂੰ ਆਤਮਿਕ ਚਿੰਤਾ ਨਹੀਂ, ਤੈਨੂੰ ਮਨ ਦੇ ਤਲ ਤੇ ਮਾਨਸਿਕ ਚਿੰਤਾ ਨਹੀਂ, ਤੈਨੂੰ ਚਿੰਤਾ ਹੈ ਸਰੀਰ ਦੀ। ਚਿੰਤਾ ਤਾਂ ਕੀ ਕੀਜੀਐ ਜੋ ਅਨਹੋਨੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ, ਜੋ ਉਪਜਿਓ ਸੋ ਬਿਨਸ ਹੈ, ਪਰੋਂ ਆਜ ਕੇ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਜੇ ਇਸ ਜੰਜਾਲ ਨੂੰ ਛੱਡਣਾ ਚਾਹੁੰਦਾ ਹੈ ਤਾਂ ਤੈਨੂੰ ਉਹਦੇ ਗੁਣ ਗਾਉਣੇ ਪੈਣਗੇ। ਗੁਣ ਤਾਂ ਹੀ ਗਾਵਾਂਗੇ ਜੇ ਉਹ ਸਾਨੂੰ ਸਮਝ ਵਿੱਚ ਆਏਗਾ, ਜੇ ਉਹ ਸਾਨੂੰ ਜਾਣਨ ਵਿੱਚ ਆਏਗਾ ਤਾਂ ਹੀ ਉਹਦੇ ਗੁਣ ਗਾਵਾਂਗੇ। ਜੇ ਨਹੀਂ ਅਸੀਂ ਉਹਨੂੰ ਜਾਣਿਆ, ਹਜੇ ਤਾਂ ਬੰਦੇ ਦੇ ਹੀ ਗੁਣ ਗਾ ਰਹੇ ਹਾਂ, ਹਜੇ ਤੇ ਅਸੀਂ ਦੁਨੀਆ ਦੇ ਹੀ ਗੁਣ ਗਾ ਰਹੇ ਹਾਂ। ਜਿਸ ਦਿਨ ਰਾਮ ਦੇ ਨਾਮ ਨੂੰ ਜਾਣ ਲਵਾਂਗੇ ਉਸ ਦਿਨ ਉਹਦੇ ਹੀ ਸਿਰਫ ਗੁਣ ਗਾਏ ਜਾਣਗੇ। ਕਹਿਣ ਲੱਗੇ ਗੁਣ ਗਾ ਉਸ ਮਾਲਕ ਦੇ, ਤਾਂ ਕਿ ਇਹ ਜੰਜਾਲ ਤੋਂ ਛੁਟਕਾਰਾ ਹੋ ਜਾਵੇ ਜੀ। ਕਬੀਰ ਤਰਵਰ ਰੂਪੀ ਆਰਾਮ ਹੈ, ਫਲ ਰੂਪੀ ਬੈਰਾਗ। ਹੁਣ ਥੋੜਾ ਜਿਹਾ ਹੋਰ ਸਮਝ ਲੈਣਾ, ਕਿਉਂਕਿ ਆਪਾਂ ਜੁੜੇ ਇਸੇ ਲਈ ਆ ਕਿ ਸਾਨੂੰ ਸਮਝ ਆ ਜਾਏ, ਤੇ ਸਮਝਾਉਣਾ ਗੁਰੂ ਸਾਹਿਬ ਨੇ ਹੈ। ਜਿੱਦਾਂ ਉਹ ਮੱਤ ਦੇਈ ਜਾਂਦੇ ਨੇ, ਇਸ ਰਸਨਾ ਤੋਂ ਬੋਲ ਕੇ ਸਮਝਣ ਤੇ ਸਮਝਾਉਣ ਦਾ ਯਤਨ ਨਿਮਾਣਾ ਜਾ ਹੈ। ਹੁਣ ਦੋ ਸ਼ਲੋਕਾਂ ਵਿੱਚ ਜਿਹੜੀ ਆਪਾਂ ਵਿਚਾਰ ਸੁਣੀ ਕਿ ਰਾਮ ਦੇ ਨਾਮ ਨੂੰ ਜਾਣਿਆ ਨਹੀਂ, ਸਾਰੀ ਉਮਰ ਧੰਦਿਆਂ ਵਿੱਚ ਜੰਜਾਲ ਵਿੱਚ ਫਸਿਆਂ ਹੀ ਬਤੀਤ ਹੋ ਗਈ। ਹੁਣ ਜਿਹੜੇ ਜੰਜਾਲ ਧੰਦਿਆਂ ਵਿੱਚ ਫਸ ਕੇ ਸਾਰੀ ਉਮਰ ਬਿਤਾਈ, ਉਹਦੇ ਵਿੱਚ ਆਪਾਂ ਖੱਟਿਆ ਕੀ? ਉਹਦੇ ਵਿੱਚ ਅਸੀਂ ਸਿਰਫ ਆਪਣੇ ਅੰਦਰ ਦੀ ਤੜਪ ਜਿਹੜੀ ਹੈ ਖੁਆਰੀ ਹੀ ਇਕੱਠੀ ਕੀਤੀ। ਹਰ ਬਿਸਰਤ ਸਦਾ ਖੁਆਰੀ, ਅਸੀਂ ਖੁਆਰੀ ਇਕੱਠੀ ਕੀਤੀ ਹੈ, ਜਿਹਦੇ ਵਿੱਚ ਤਪ ਰਹੇ ਹਾਂ, ਜਿਹਦੇ ਵਿੱਚ ਅਸੀਂ ਦੁਖੀ ਹੋ ਰਹੇ ਹਾਂ, ਜਿਹਦੇ ਵਿੱਚ ਪਰੇਸ਼ਾਨ ਹੋ ਰਹੇ ਹਾਂ, ਜਿਹਦੇ ਵਿੱਚ ਅਸੀਂ ਦੁੱਖ ਤਕਲੀਫਾਂ ਸਹਿ ਰਹੇ ਹਾਂ। ਹੁਣ ਜਦੋਂ ਬੰਦੇ ਨੇ ਸਾਰੀ ਉਮਰ ਦੁੱਖ ਸਹਿਆ ਹੋਵੇ, ਸਾਰੀ ਉਮਰ ਤਕਲੀਫ ਵਿੱਚੋਂ ਦੀ ਗੁਜ਼ਾਰਿਆ ਹੋਵੇ, ਸਾਰਾ ਸਮਾਂ ਜ਼ਿੰਦਗੀ ਦਾ ਦੁੱਖ ਤਕਲੀਫਾਂ ਵਿੱਚੋਂ ਨਿਕਲਿਆ ਹੋਵੇ, ਉਹ ਕੀ ਕਹਿੰਦਾ? ਕਹਿੰਦਾ ਹੁਣ ਮੈਂ 4 ਦਿਨ ਸੁੱਖ ਦੇ ਕੱਟਣਾ ਚਾਹੁੰਦਾ। ਸਾਰੀ ਉਮਰ ਉਹਦੀ ਭੱਜ ਦੌੜ ਕਰਦਿਆਂ ਕਰਦਿਆਂ ਲੰਘ ਗਈ ਹੋਵੇ, ਹੁਣ ਕਹਿੰਦਾ ਮੈਂ 2 ਪਲ 2 ਦਿਨ ਮੈਂ ਆਰਾਮ ਨਾਲ ਸਕੂਨ ਨਾਲ ਬਿਤਾਉਣਾ ਚਾਹੁੰਦਾ ਹਾਂ। ਹੁਣ ਜੇ ਸਾਨੂੰ ਪਤਾ ਲੱਗ ਜਾਏ ਕਿ ਸਾਡੇ ਅੰਦਰ ਪਰੇਸ਼ਾਨੀਆਂ, ਦੁੱਖ, ਚਿੰਤਾਵਾਂ, ਕਲ ਕਲੇਸ਼, ਇਹ ਸਾਰਾ ਕੁਝ ਬਣਿਆ, ਅਸੀਂ ਤਪ ਰਹੇ ਹਾਂ, ਸਵੇਰੇ ਵੀ, ਰਾਤੀ ਵੀ, ਦੁਪਹਿਰੇ ਵੀ, ਸ਼ਾਮੀ, ਹਰ ਵੇਲੇ ਅੰਦਰੋਂ ਤਪ ਰਹੇ ਹਾਂ, ਤੇ ਅਸੀਂ ਕੁਝ ਸਕੂਨ ਚਾਹੁੰਦੇ ਹਾਂ, ਆਰਾਮ ਚਾਹੁੰਦੇ ਹਾਂ। ਦੂਜੀ ਵਿਚਾਰ, ਬਹੁਤ ਲੰਮਾ ਸਫ਼ਰ ਕੋਈ ਕਰ ਰਿਹਾ ਹੋਵੇ, ਗਰਮੀਆਂ ਦੀ ਇਸ ਰੁੱਤ ਵਿੱਚ ਅੱਤ ਦੀ ਗਰਮੀ ਹੋਵੇ ਤੇ ਬਹੁਤ ਲੰਮਾ ਸਫ਼ਰ ਹੋਵੇ, ਤੇ ਅਸੀਂ ਸੋਚਦੇ ਹਾਂ ਵੀ ਕਿਤੇ ਰੁੱਖ ਦਰਖਤ ਮਿਲ ਜਾਏ, ਉਹਦੇ ਥੱਲੇ ਠੰਡੀ ਛਾਂ ਮਿਲ ਜਾਏ, ਤੇ ਉੱਥੇ 2 ਪਲ ਮੈਂ ਸੁੱਖ ਨਾਲ ਆਰਾਮ ਕਰਕੇ ਆਪਣੀ ਥਕਾਵਟ ਨੂੰ ਉਤਾਰ ਸਕਾਂ। ਬੜੀਆਂ ਵਿਚਾਰਾਂ ਇੱਥੇ ਵੀ ਆਉਣਗੀਆਂ। ਹੁਣ ਦੇਖੋ, ਇੱਕ ਥੋੜਾ ਜਿਹਾ ਸਮਾਂ ਪਿੱਛੇ ਚੱਲੋ, ਨਾ ਬੰਦੇ ਨੂੰ ਦਿਨੇ ਆਰਾਮ ਸੀ ਨਾ ਰਾਤੀ ਆਰਾਮ,
ਦਿਨ ਰਾਤ ਭੱਜ ਦੌੜ ਲੱਗੀ ਹੋਈ ਸੀ, ਇਧਰੋਂ ਆ ਉਧਰੋਂ ਜਾ, ਇਧਰੋਂ ਆ ਉਧਰੋਂ ਜਾ। ਹੁਣ ਕੀ ਹੈ, ਹੁਣ ਘਰਾਂ 'ਚ ਆਰਾਮ ਨਾਲ ਬੈਠੇ ਆ ਨਾ, ਘਰ 'ਚ ਆਰਾਮ ਦੇ ਨਾਲ ਬੈਠੇ ਆ, ਪਰ ਕਿਤੇ ਬੈਠਿਆਂ ਹੋਇਆਂ ਅੰਦਰ ਦੀ ਖੇਡ ਸਮਝ ਆ ਜਾਏ ਕਿ ਇਸੇ ਤਰ੍ਹਾਂ ਮੇਰਾ ਅੰਦਰ ਵੀ ਹਿਰਦਾ ਜਿਹੜਾ ਉਹ ਭੱਜ ਦੌੜ ਕਰਦਿਆਂ ਹੁਣ ਕੁਝ ਪਲ ਆਰਾਮ ਕਰਨਾ ਚਾਹੁੰਦਾ। ਮੈਨੂੰ ਵੀ ਇੱਕ ਰੁੱਖ ਚਾਹੀਦਾ ਜਿੱਥੇ ਠੰਡੀ ਛਾਂ ਮਿਲ ਸਕੇ, ਮੈਂ ਉਹਦੇ ਥੱਲੇ ਕੁਝ ਪਲ ਆਰਾਮ ਕਰ ਸਕਾਂ। ਉਹਦਾ ਦੇਖੋ ਦਰਖਤ ਕੀ ਕਰਦਾ ਹੈ, ਇੱਕ ਤਾਂ ਛਾਂ ਠੰਡੀ ਦਿੰਦਾ ਤੇ ਦੂਜਾ ਮਿੱਠਾ ਫਲ ਦਿੰਦਾ। ਵੀ ਇੱਕ ਤਾਂ ਮਿੱਠਾ ਫਲ ਖਾਣ ਨੂੰ ਮਿਲ ਗਿਆ ਤੇ ਦੂਸਰਾ ਉਹਦੇ ਥੱਲੇ ਠੰਡੀ ਛਾਂ ਮਿਲ ਗਈ। ਕਹਿੰਦੇ ਕੀ ਹੋਇਆ, ਇੱਕ ਜਿਹੜੀ ਭੁੱਖ ਪਿਆਸ ਲੱਗੀ ਸੀ ਉਹ ਵੀ ਮਿਟ ਗਈ ਤੇ ਥਕਾਵਟ ਵੀ ਉਤਰ ਗਈ। ਅਸੀਂ ਕਈ ਜਨਮਾਂ ਤੋਂ ਚਲੇ ਆ ਰਹੇ ਹਾਂ, ਕਈ ਜਨਮਾਂ ਤੋਂ, ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲਿਖ ਹੈ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕੁਰੰਗਾ। ਅਸੀਂ ਹੁਣ ਆਰਾਮ ਕਰਨਾ ਚਾਹੁੰਦੇ ਹਾਂ। ਸਾਨੂੰ ਹੁਣ ਦਰਖਤ ਦੀ ਠੰਡੀ ਛਾਂ ਚਾਹੀਦੀ ਹੈ ਜਿਹਦੇ ਥੱਲੇ ਅਸੀਂ ਆਰਾਮ ਕਰ ਸਕੀਏ, ਭਾਵ ਇਹ ਜੰਮਣ ਮਰਨ ਆਵਾਗਮਨ ਸਾਡਾ ਮੁੱਕ ਜਾਏ। ਅਸੀਂ ਹੋਰ ਹੁਣ ਭੱਜ ਦੌੜ ਨਹੀਂ ਕਰ ਸਕਦੇ। ਤਾਂ ਫਿਰ ਅੱਗੇ ਕਬੀਰ ਜੀ ਕਹਿੰਦੇ ਆ, ਫਿਰ ਤੂੰ ਅਸਲ ਰਾਹ ਜਿਹੜਾ ਹੈ ਉਹ ਸਮਝ ਲੈ। ਜੇ ਤੂੰ ਧੰਦੇ ਵਿੱਚ ਹੀ ਫਸਿਆ ਰਿਹਾ, ਜੰਜਾਲਾਂ 'ਚ ਹੀ ਫਸਿਆ ਰਿਹਾ, ਕੁਟੰਬ ਵਿੱਚ ਹੀ ਫਸਿਆ ਰਿਹਾ, ਹੁਣ ਜੇ ਤੂੰ ਚਾਹੁੰਦਾ ਵੀ ਮੈਂ ਕੁਝ ਪਲ ਸਕੂਨ ਲਵਾਂ, ਅੰਦਰੋਂ ਠੰਡਕ ਲਵਾਂ, ਸਾਰੀ ਉਮਰ ਬਸ ਤਪਦੀਆਂ ਲੰਘ ਗਈ, ਚਿੰਤਾਵਾਂ 'ਚ ਹੀ ਲੰਘ ਗਈ, ਹੁਣ ਮੈਂ ਥੋੜਾ ਜਿਹਾ ਆਰਾਮ ਕਰਕੇ ਆਪਣੀ ਜ਼ਿੰਦਗੀ ਦਾ ਸੁੱਖ ਲੈਣਾ ਚਾਹੁੰਦਾ, ਆ ਗੁਰੂਦੁਆਰਾ ਕਿਉਂ ਬਣਿਆ? ਸਾਨੂੰ ਆ ਸੰਗਤ ਤੇ ਗੁਰੂ ਸਾਹਿਬ ਦੀ ਬਾਣੀ ਦਾ ਆਸਰਾ ਕਿਉਂ ਦਿੱਤਾ ਹੈ? ਤਾਂ ਕਿ ਇੱਥੇ ਆ ਕੇ ਸਾਡੇ ਮਨ ਨੂੰ ਸਕੂਨ ਮਿਲੇ, ਇੱਥੇ ਆ ਕੇ ਸਾਡੇ ਮਨ ਨੂੰ ਸ਼ਾਂਤੀ ਮਿਲੇ, ਇੱਥੇ ਆ ਕੇ ਅਸੀਂ ਦੁਨੀਆ ਦੇ ਕਲ ਕਲੇਸ਼ ਤੋਂ ਬਾਹਰ ਨਿਕਲ ਸਕੀਏ, ਆਲ ਜੰਜਾਲ ਤੋਂ ਬਾਹਰ ਨਿਕਲ ਸਕੀਏ। ਇਹ ਆਰਾਮ ਕਰਨ ਵਾਸਤੇ ਸਾਨੂੰ ਆਰਾਮ ਕਾਹਦਾ? ਮਨ ਦਾ, ਸਰੀਰ ਦਾ ਨਹੀਂ। ਕਹਿਣ ਲੱਗੇ ਕਿ ਹੁਣ ਅਗਲੇ ਸ਼ਲੋਕ ਵਿੱਚ ਕਬੀਰ ਜੀ ਜਿਹੜੀ ਗੱਲ ਸਮਝਾਉਂਦੇ, ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਤਰਵਰ ਰੂਪੀ ਰਾਮ ਹੈ। ਤਰਵਰ ਦਾ ਅਰਥ ਰੁੱਖ ਦਰਖਤ। ਅਸੀਂ ਉਹ ਰਾਮ ਪਰਮੇਸ਼ਵਰ, ਰੱਬ ਕਹਿ ਲਓ, ਪਰਮਾਤਮਾ ਕਹਿ ਲਓ ਉਹਨੂੰ। ਕਹਿਣ ਲੱਗੀ ਉਹ ਜਿਹੜਾ ਅੱਲਾ ਪਰਮੇਸ਼ਵਰ ਗੋਡ ਵਾਹਿਗੁਰੂ ਹੈ ਨਾ, ਉਹ ਅਸਲ ਵਿੱਚ ਇੱਕ ਰੁੱਖ ਹੈ। ਅਸੀਂ ਤੇ ਬਾਹਰ ਦੇ ਰੁੱਖ ਜਿਹੜੇ ਸਮਝ ਲਏ, ਬਸ ਉਹਨਾਂ ਨੂੰ ਹੀ ਧਾਗੇ ਬੰਨ੍ਹਦੇ ਰਹਿ ਗਏ, ਉਹਨਾਂ ਥੱਲੇ ਦੀਵੇ ਜਗਾਉਂਦੇ ਰਹਿ ਗਏ। ਰਾਮ ਨਾਮ ਜਾਣਿਓ ਨਹੀਂ, ਅਸੀਂ ਅਸਲ ਰੁੱਖ ਨੂੰ ਜਾਣਿਆ ਕੋਈ ਨਹੀਂ, ਅਸੀਂ ਬਾਹਰ ਦੇ ਰੁੱਖ ਨਾਲ ਹੀ ਜੁੜ ਕੇ ਰਹਿ ਗਏ। ਹੁਣ ਕਬੀਰ ਜੀ ਕਹਿੰਦੇ, ਜੇ ਤੂੰ ਆਲ ਜੰਜਾਲ ਚੋਂ ਨਿਕਲ ਕੇ ਕੁਝ ਸੁੱਖ ਆਰਾਮ ਖੁਸ਼ੀਆਂ ਆਨੰਦ ਖੇੜਾ ਚਾਹੁੰਦਾ ਹੈ ਤਾਂ ਕੀ ਕਰ? ਕਬੀਰ ਤਰਵਰ ਰੂਪੀ ਰਾਮ ਹੈ। ਜਿਹੜਾ ਰਾਮ ਪਰਮੇਸ਼ਵਰ ਹੈ ਨਾ, ਕਹਿਣ ਲੱਗੇ ਉਹ ਤਰਵਰ, ਉਹ ਇੱਕ ਰੁੱਖ ਦੀ ਤਰ੍ਹਾਂ ਹੈ। ਤੂੰ ਇਸ ਰੁੱਖ ਦੇ ਥੱਲੇ ਆ। ਫਲ ਰੂਪੀ ਬੈਰਾਗ, ਔਰ ਉਹਨੂੰ ਫਲ ਰੂਪ ਬੈਰਾਗ ਰੂਪੀ ਫਲ ਲੱਗਾ ਹੋਇਆ ਹੈ। ਬੈਰਾਗ ਦਾ ਅਰਥ ਕੀ ਹੁੰਦਾ ਹੈ? ਤਿਆਗ। ਜਿਸ ਫਲ ਨੂੰ ਖਾ ਕੇ ਤੂੰ ਵਿਕਾਰਾਂ ਦਾ ਤਿਆਗ ਕਰ ਦੇਂਗਾ, ਜਿਹਨੂੰ ਖਾ ਕੇ ਤੂੰ ਨਿਰਮੋਹ ਹੋ ਜਾਏਗਾ, ਮੋਹ ਦੀ ਪਕੜ ਤੇਰੇ ਅੰਦਰੋਂ ਖਤਮ ਹੋ ਜਾਏਗੀ। ਆ ਜਿਹੜਾ ਰਾਮ ਦੇ ਨਾਮ ਦਾ ਰੁੱਖ ਲੱਗਾ ਨਾ, ਇਹਨੂੰ ਵੈਰਾਗ ਦਾ ਫਲ ਲੱਗਾ ਹੋਇਆ। ਜਦੋਂ ਤੂੰ ਵਿਕਾਰਾਂ ਦਾ ਤਿਆਗ ਕਰੇਂਗਾ, ਇਹ ਫਲ ਜਦੋਂ ਖਾਏਂਗਾ। ਹੁਣ ਗੁਰਬਾਣੀ ਕੀ ਹੈ? ਮਿੱਠਾ ਰਸ ਹੈ, ਪਰ ਅਸੀਂ ਗੁਰਬਾਣੀ ਪੜ੍ਹ ਰਹੇ ਹਾਂ, ਰਸ ਨਹੀਂ ਆ ਰਿਹਾ। ਫਲ ਤੇ ਮਿਲ ਗਿਆ ਪਰ ਖਾਣਾ ਨਹੀਂ ਆ ਰਿਹਾ। ਕਹਿਣ ਲੱਗੇ, ਜਦੋਂ ਤੂੰ ਇਸ ਰਸ ਨੂੰ ਖਾਏਂਗਾ, ਰਸ ਲਏਂਗਾ ਇਹਦਾ, ਤੈਨੂੰ ਵੈਰਾਗ ਆਏਗਾ ਇਹ ਫਲ ਦੀ ਪ੍ਰਾਪਤੀ ਕਰਕੇ। ਫਿਰ ਮਨ ਵੈਰਾਗ ਭਇਆ ਦਰਸ਼ਨ ਦੇਖਨੇ ਕਾ ਚਾਉ ਤੇਰੇ ਅੰਦਰ ਪੈਦਾ ਹੋਏਗਾ। ਵੈਰਾਗ ਦਾ ਅਰਥ ਤਿਆਗ ਵੀ ਹੈ, ਵੈਰਾਗ ਦਾ ਅਰਥ ਨਿਰਮੋਹ ਵੀ ਹੈ, ਔਰ ਵੈਰਾਗ ਦਾ ਅਰਥ ਮਨ ਵੈਰਾਗ ਭਇਆ ਦਰਸ਼ਨ ਦੇਖਨੇ ਕਾ ਚਾਉ ਵੀ ਹੈ। ਇਸ ਲਈ ਕਹਿੰਦੇ ਨੇ ਇਹਨੂੰ ਵੈਰਾਗ ਰੂਪੀ ਫਲ, ਇਸ ਪਰਮੇਸ਼ਵਰ ਦੇ ਰੂਪ ਵਿੱਚ ਜਿਹੜਾ ਰੁੱਖ ਹੈ, ਉਹਨੂੰ ਵੈਰਾਗ ਰੂਪੀ ਫਲ ਲੱਗਾ ਹੈ। ਛਾਇਆ ਰੂਪੀ ਸਾਧ ਹੈ, ਜਿਨ ਤਜਿਆ ਬਾਦ ਵਿਵਾਦ। ਰਾਮ ਰਮਿਆ ਹੋਇਆ ਪਰਮੇਸ਼ਵਰ ਇੱਕ ਦਰਖਤ ਦੀ ਤਰ੍ਹਾਂ, ਉਹਦਾ ਜਿਹੜਾ ਨਾਮ ਰੂਪੀ ਫਲ ਹੈ ਉਹ ਬੈਰਾਗ ਹੈ,
ਔਰ ਜਿਹੜੀ ਉਸ ਦਰਖਤ ਨੇ ਛਾਂ ਦੇਣੀ ਹੈ ਤੈਨੂੰ ਆਰਾਮ ਕਰਨ ਵਾਸਤੇ। ਪਹਿਲਾਂ ਹੀ ਬੇਨਤੀ ਕੀਤੀ ਸੀ ਕਿ ਗੁਰਦੁਆਰੇ ਕਿਉਂ ਸੋਝੀ ਮਿਲਣੀ ਹੈ, ਗੁਰਦੁਆਰੇ ਕਿਉਂ ਆਉਣਾ, ਕਿਉਂਕਿ ਇੱਥੇ ਮਨ ਨੂੰ ਆਰਾਮ ਮਿਲਣਾ ਹੈ, ਇੱਥੇ ਮਨ ਨੂੰ ਸਕੂਨ ਮਿਲਣਾ ਹੈ, ਇੱਥੇ ਚਿੰਤਾਵਾਂ ਕਲ ਕਲੇਸ਼ ਸਭ ਕੁਝ ਆ ਕੇ ਮੁੱਕ ਜਾਣਾ। ਤੇ ਕਹਿੰਦੇ ਨੇ ਕੀ ਹੈ, ਗੁਰੂ ਸਾਹਿਬ ਜੀ ਦੀ ਬਾਣੀ ਵਿੱਚ ਕਬੀਰ ਜੀ ਕਹਿੰਦੇ ਛਾਇਆ ਰੂਪੀ ਸਾਧ ਹੈ। ਸਾਧ ਦਾ ਅਰਥ ਗੁਰੂ, ਜਿਹੜਾ ਗੁਰ ਪਰਮੇਸ਼ਰ ਇੱਕੋ ਜਾਣ। ਜੇ ਰੁੱਖ ਹੈ ਤਾਂ ਹੀ ਛਾਂ ਹੈ ਨਾ, ਤੇ ਜੇ ਛਾਂ ਹੈ ਤਾਂ ਰੁੱਖ ਹੈ। ਦੇਖੋ ਕਿਸੇ ਵੀ ਚੀਜ਼ ਤੋਂ ਬਿਨਾਂ ਪਰਛਾਵਾਂ, ਤੇ ਜੇ ਸਾਡੀ ਹੋਂਦ ਹੈ ਤਾਂ ਹੀ ਪਰਛਾਵਾਂ ਬਣੇਗਾ, ਜੇ ਸਾਡੀ ਹੋਂਦ ਹੀ ਨਹੀਂ ਤੇ ਪਰਛਾਵਾਂ ਵੀ ਨਹੀਂ ਬਣੇਗਾ। ਇਸੇ ਤਰ੍ਹਾਂ ਜੇ ਦਰਖਤ ਹੈ ਤੇ ਉਹਦੀ ਛਾਂ ਹੈ, ਤੇ ਜੇ ਦਰਖਤ ਨਹੀਂ ਤੇ ਛਾਂ ਵੀ ਨਹੀਂ। ਜੇ ਗੁਰਬਾਣੀ ਰੂਪੀ ਗੁਰੂ ਸਾਨੂੰ ਦਿੱਤਾ ਹੈ ਤੇ ਪਰਮੇਸ਼ਵਰ ਹੈ, ਕਿਉਂਕਿ ਇਹ ਉਹਦੀ ਹੋਈ ਦਿੱਤੀ ਹੋਈ ਛਾਂ ਹੈ। ਕਹਿਣ ਲੱਗੇ ਜਦੋਂ ਤੂੰ ਇਸ ਛਾਇਆ ਵਿੱਚ ਆ ਕੇ ਤੂੰ ਇਸ ਛਾਂ ਦਾ ਆਨੰਦ ਲਏਗਾ। ਕਿਹੜੀ ਛਾਇਆ? ਕਹਿੰਦੇ ਜਿਹਨੇ ਵਾਦ ਵਿਵਾਦ ਸਾਰਾ ਕੁਝ ਹੀ ਖਤਮ ਕਰ ਦਿੱਤਾ। ਧਿਆਨ ਰੱਖਿਓ ਕਿਉਂ ਇੱਥੇ ਦਰਖਤ ਦੀ ਗੱਲ ਕੀਤੀ, ਕਿਉਂਕਿ ਦਰਖਤ ਇਹ ਨਹੀਂ ਵੇਖਦਾ ਕਿ ਮੇਰੇ ਥੱਲੇ ਜਿਹੜਾ ਆ ਕੇ ਆਰਾਮ ਕਰ ਰਿਹਾ ਉਹ ਖੱਤਰੀ ਹੈ, ਬ੍ਰਾਹਮਣ ਹੈ, ਸ਼ੂਦਰ ਹੈ, ਵੈਸ਼ ਹੈ। ਕਦੀ ਉਸ ਦਰਖਤ ਨੇ ਕਿਹਾ ਕਿ ਤੂੰ ਸ਼ੂਦਰ ਹੈ, ਤੂੰ ਨਹੀਂ ਆਰਾਮ ਕਰ ਸਕਦਾ। ਕਦੀ ਕਿਸੇ ਰੁੱਖ ਨੇ ਬੋਲ ਕੇ ਕਿਹਾ ਕਿ ਤੂੰ ਗਰੀਬ ਹੈ, ਤੂੰ ਇਸ ਦਰਖਤ ਥੱਲੇ ਨਹੀਂ ਬਹਿ ਸਕਦਾ, ਤੂੰ ਇਸ ਦਰਖਤ ਦਾ ਫਲ ਨਹੀਂ ਲੈ ਸਕਦਾ। ਦਰਖਤ ਕਦੇ ਨਹੀਂ ਕਹਿੰਦਾ, ਕਿਉਂਕਿ ਉਹ ਸਾਰਿਆਂ ਦਾ ਸਾਂਝਾ ਹੁੰਦਾ ਹੈ। ਕੋਈ ਵੀ ਫਲ ਖਾ ਸਕਦਾ ਹੈ, ਕੋਈ ਵੀ ਉਹਦੀ ਛਾਇਆ ਦਾ ਆਨੰਦ ਮਾਣ ਸਕਦਾ ਹੈ। ਕਹਿੰਦੇ ਤੂੰ ਉਸ ਗੁਰੂ ਰੂਪੀ ਛਾਇਆ ਨਾਲ ਜੁੜ ਜਿਹਨੇ ਸਾਰੇ ਵਾਦ ਵਿਵਾਦ ਖਤਮ ਕਰ ਦਿੱਤੇ, ਜਿਹਨੇ ਸਾਰੇ ਝਗੜੇ ਮੁਕਾ ਦਿੱਤੇ ਨੇ। ਅਸੀਂ ਜੇ ਗੁਰੂ ਨਾਲ ਜੁੜ ਕੇ ਵੀ ਝਗੜਿਆਂ 'ਚ ਪਏ ਆ, ਫਿਰ ਕਹਿਣਾ ਪਏਗਾ ਕਬੀਰ ਰਾਮ ਨਾਮ ਜਾਣਿਓ ਨਹੀਂ। ਹਜੇ ਅਸੀਂ ਉਹਨੂੰ ਜਾਣਿਆ ਹੀ ਨਹੀਂ ਹੈ। ਜਿਸ ਦਿਨ ਗੁਰਬਾਣੀ ਨੂੰ ਜਾਣ ਲਾਂਗੇ, ਸਮਝ ਲਾਂਗੇ, ਉਸ ਦਿਨ ਸਾਰੇ ਵਾਦ ਵਿਵਾਦ ਝਗੜੇ ਸਾਡੀ ਜ਼ਿੰਦਗੀ ਦੇ ਮੁੱਕ ਜਾਣਗੇ। ਉਸ ਦਿਨ ਕਵਾਂਗੇ ਆਨੰਦ ਭਇਆ ਮੇਰੀ ਮਾਏ। ਉਸ ਦਿਨ ਆਨੰਦ ਸਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਖੇੜਾ ਤਾਂ ਇਹ ਆ ਕੇ ਬਣੇਗਾ। ਤਾਂ ਕਬੀਰ ਜੀ ਨੇ ਸਮਝਾਇਆ ਕਿ ਤਰਵਰ ਰੁੱਖ ਜਿਹੜਾ ਰਾਮ ਪਰਮੇਸ਼ਵਰ ਹੈ, ਉਹਨੂੰ ਬੈਰਾਗ ਰੂਪੀ ਉਹਦੇ ਨਾਮ ਦੇ ਫਲ ਲੱਗੇ ਹੋਏ ਨੇ। ਔਰ ਜਿਹੜਾ ਗੁਰੂ ਹੈ ਮਿਲਿਆ ਸਾਨੂੰ ਗੁਰਬਾਣੀ ਦੇ ਰੂਪ ਵਿੱਚ, ਕਹਿੰਦੇ ਉਹ ਇੱਕ ਠੰਡੀ ਛਾਂ ਹੈ। ਜਿਨ ਤਜਿਆ ਬਾਦ ਵਿਵਾਦ, ਜਿਸ ਗੁਰੂ ਨੇ ਸਾਰੇ ਵਾਦ ਵਿਵਾਦ ਝਗੜੇ ਤਿਆਗ ਦਿੱਤੇ ਨੇ। ਜਦੋਂ ਐਸੇ ਗੁਰੂ ਦੇ ਲੜ ਆ ਕੇ ਤੁਸੀਂ ਲੱਗੋਗੇ, ਗੁਰੂ ਦਾ ਪੱਲਾ ਪਕੜੋਗੇ, ਗੁਰੂ ਦਾ ਗਿਆਨ ਲਓਗੇ, ਗੁਰੂ ਗੁਰੂ ਜਪੋਗੇ, ਤਾਂ ਤੁਸੀਂ ਵੀ ਸਾਰੇ ਵਾਦ ਵਿਵਾਦ ਤਿਆਗ ਕੇ ਆਪਣੇ ਜੀਵਨ ਵਿੱਚ ਸੁੱਖ ਆਨੰਦ ਤੇ ਖੁਸ਼ੀਆਂ ਮਾਣ ਸਕਦੇ ਹੋ। ਕਬੀਰ ਸਾਹਿਬ ਜੀ ਦੇ ਇਹ ਪਾਵਨ ਸ਼ਲੋਕਾਂ ਦੀ ਵਿਚਾਰ ਜੋ ਸਮੇਂ ਦੇ ਦਾਇਰੇ ਵਿੱਚ ਰਹਿ ਕੇ ਗੁਰੂ ਸਾਹਿਬ ਜੀ ਨੇ ਕਰਵਾਈ ਹੈ, ਜਿੰਨੀ ਕੁ ਸਾਨੂੰ ਤੁਹਾਨੂੰ ਸਮਝ ਆਈ, ਇੱਕ ਅਰਦਾਸ ਕਰੀਏ। ਗੁਰੂ ਰੂਪੀ ਛਾਇਆ ਕੋਲ ਤੇ ਆਪਾਂ ਆ ਗਏ ਹਾਂ। ਇਸ ਦੇਖੋ ਕੈਸੀ ਇਹ ਛਾਇਆ ਹੈ ਕਿ ਇੱਥੇ ਬੈਠ ਕੇ ਵੀ ਇਹਦਾ ਸੁੱਖ ਲੈ ਰਹੇ ਹਾਂ, ਔਰ ਮੀਡੀਆ ਰਾਹੀਂ ਘਰਾਂ 'ਚ ਬੈਠ ਕੇ ਵੀ ਇਸ ਛਾਇਆ ਦਾ ਆਨੰਦ ਲੈ ਕੇ ਗੁਰਬਾਣੀ ਦਾ ਵੈਰਾਗ ਰੂਪੀ ਫਲ ਛਕਣ ਦਾ ਯਤਨ ਕਰ ਰਹੇ ਹਾਂ। ਤੇ ਜਿੱਥੇ ਜਿੱਥੇ ਤੱਕ ਸਮਝ ਆਈ ਕਿ ਪਲ ਪਲ ਕਰਕੇ ਜ਼ਿੰਦਗੀ ਦਾ ਸਮਾਂ ਲੰਘ ਰਿਹਾ, ਇਹ ਕਿਤੇ ਬੇਅਰਥ ਨਾ ਚਲਾ ਜਾਏ, ਉਹਦੇ ਲਈ ਫਿਰ ਭਿੱਜ ਕੇ ਅਰਦਾਸ ਕਰੋ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਏਹ, ਨਾਨਕ ਚਾਓ ਏਹ। ਹਰ ਸਵਾਸ ਪਰਮੇਸ਼ਵਰ ਦੇ ਨਾਮ ਦੇ ਵਿੱਚ ਲੀਨ ਹੋ ਕੇ
ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣਾ ਸਕੀਏ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਨੇ, ਸਤਿਗੁਰੂ ਬਖਸ਼ ਦੇਣ। ਅੱਗੇ ਤੋਂ ਮੇਰ ਦਾ ਹੱਥ ਰੱਖ ਕੇ ਆਪ ਵਿਚਾਰ ਕਰਾਉਣ। ਤੁਹਾਨੂੰ ਸਾਰਿਆਂ ਨੂੰ ਬਾਣੀ ਦੇ ਨਾਲ ਜੋੜ ਕੇ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਕਬੀਰ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ ਜੀ। ਕਬੀਰ ਤਰਵਰ ਰੂਪੀ ਰਾਮ ਹੈ, ਫਲ ਰੂਪੀ ਬੈਰਾਗ, ਛਾਇਆ ਰੂਪੀ ਸਾਧ ਹੈ, ਜਿਨ ਤਜਿਆ ਬਾਦ ਬਿਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ।